Hello students, in this video we will discuss assembler and elements of assembly language programming. So first of all, what is assembler? Assembler is a program that converts assembly language program into machine language. Thus, input to assembler is program written in assembly language and output of assembler is machine language equivalent of the program. मीनस असैम्बलर की है असैम्बलर एक प्रोग्राम है जोड़ा असैम्बली लैंगुएज नू मशीन लैंगुएज विच कन्वर्ट करता है इस करके आपां असैम्बलर नू इनपुट की देवांगे असैम्बली लैंगुएज और आउटपुट आपां नू असैम्बलर की देगा मशीन लैंगुएज जो भी तुहाडे प्रोग्राम दे इक्विवेलेंट है। Assembly language programming. Assembly language is a kind of low level programming language which uses symbolic codes. ਅਸੈਂਬਲੀ ਲੈਂਗੁਏਜ ਦੇ ਵਿੱਚ ਕੀ ਹੈ ਮੋਸਟਲੀ ਸਿੰਬੋਲਿਕ ਕੋਡਸ ਯੂਜ਼ ਹੁੰਦੇ ਆ ਔਰ ਉਹ ਸਿੰਬੋਲਿਕ ਕੋਡਸ ਨੂੰ ਬੋਲਦੇ ਆ ਨਿਮੋਨਿਕਸ ਐਜ਼ ਇਨਸਟਰਕਸ਼ਨਸ। ਐਗਜ਼ਾਮਪਲਸ ਨਿਮੋਨਿਕਸ ਦੀਆਂ ਕਿੱਦਾਂ ਜਿੱਦਾਂ ਆਪਾਂ ਐਡੀਸ਼ਨ ਲਈ ADD ਯੂਜ਼ ਕਰਦੇ ਆ, ਸਬਟ੍ਰੈਕਸ਼ਨ ਲਈ SUB, ਲੋਡ ਲਈ LDA ਐਂਡ ਸਟੋਰ ਲਈ STA। ਫॉर ਪ੍ਰੋਸੈਸਿੰਗ ਆਫ ਅਸੈਂਬਲੀ ਲੈਂਗੁਏਜ ਪ੍ਰੋਗਰਾਮ ਵੀ ਨੀਡ ਏ ਲੈਂਗੁਏਜ ਟਰਾਂਸਲੇਟਰ। ਜਦੋਂ ਵੀ ਆਪਾਂ ਅਸੈਂਬਲੀ ਲੈਂਗੁਏਜ ਦੀ ਪ੍ਰੋਸੈਸਿੰਗ ਕਰਨੀ ਹੈ ਤਾਂ ਆਪਾਂ ਨੂੰ ਟਰਾਂਸਲੇਟਰ ਦੀ ਲੋੜ ਪੈਂਦੀ ਹੈ। ਉਸ ਟਰਾਂਸਲੇਟਰ ਨੂੰ ਬੋਲਦੇ ਅਸੈਂਬਲਰ। ਅਸੈਂਬਲਰ ਇਜ਼ ਅ ਟਰਾਂਸਲੇਟਰ ਵਿਚ ਟਰਾਂਸਲੇਟ ਅਸੈਂਬਲੀ ਲੈਂਗੁਏਜ ਇਨਟੂ ਮਸ਼ੀਨ ਲੈਂਗੁਏਜ। ਐਡਵਾਂਟੇजेस ਐਂਡ ਡਿਸਐਡਵਾਂਟੇਜ ਆਫ ਅਸੈਂਬਲੀ ਲੈਂਗੁਏਜ ਪ੍ਰੋਗਰਾਮਿੰਗ। ਐਡਵਾਂਟੇजेस ਕੀ ਹੈ ਇਹਦੇ ਸਿੰਬੋਲਿਕ ਕੋਡ ਯੂਜ਼ ਹੁੰਦੇ ਇਸ ਕਰਕੇ ਪ੍ਰੋਗਰਾਮ ਲਿਖਣਾ ਕੀ ਹੈ ਪ੍ਰੋਗਰਾਮ ਇਹਦੇ 'ਚ ਫਾਸਟ ਲਿਖਿਆ ਜਾਂਦਾ ਹੈ। It makes the programmer free from burden of remembering the operation code and address of memory location. It is easier to debug. Disadvantages की है it is machine oriented language so it requires familiarity with machine architecture and understanding of available instruction set. Then execution in assembly language ਜਿਹੜੀ ਹੈਗੀ comparatively time consuming ਹੈ machine language ਨਾਲੋਂ। ਇਸ ਕਰਕੇ ਇਸ ਲਈ ਆਪਾਂ ਨੂੰ ਕੀ ਇਹਦੇ ਲਈ separate language translator ਚਾਹੀਦਾ ਹੁੰਦਾ ਹੈ ਜਿਹੜਾ ਕਿ assembly language ਨੂੰ binary machine code ਦੇ ਵਿੱਚ convert। This is the format of assembly language statement: label, opcode, operand specification and comments. Comments field is optional. Then label is symbolic name associated with memory word generated for statement, for example again etc. ਜਿਹੜੇ labels ਨੇ ਇਹ ਆਪਣੇ ਵੀ optional ਹੁੰਦੇ ਆ ਇਹ ਆਪਾਂ ਨੂੰ ਜਿੱਥੇ ਲੋੜ ਆਪਾਂ ਉੱਥੇ ਯੂਜ਼ ਕਰਾਂਗੇ ਅੱਗੇ ਪ੍ਰੋਗਰਾਮ ਦੇ ਵਿੱਚ ਆਪਾਂ ਯੂਜ਼ ਕੀਤੇ ਹੋਏ ਉੱਥੇ ਮੈਂ ਤੁਹਾਨੂੰ ਦੱਸੂਗੀ ਕਿ ਕਿਵੇਂ ਇਹ ਲੇਬਲਸ ਯੂਜ਼ ਹੁੰਦੇ ਆ। ਦੈਨ ਆਪਕੋਡ ਫੀਲਡ ਆ ਆਪਕੋਡ ਇਜ਼ ਆਪਰੇਸ਼ਨ ਕੋਡ ਜਿਹੜਾ ਆਪਰੇਸ਼ਨ ਪਰਫਾਰਮ ਹੋ ਰਿਹਾ ਜਿਵੇਂ ਫॉर ਐਗਜ਼ਾਮਪਲ MULT ਮਲਟੀਪਲਾਈ ਆਪਰੇਸ਼ਨ ਪਰਫਾਰਮ ਹੋ ਰਿਹਾ। ਐਡੀਸ਼ਨ ਲਈ ADD ਲਿਖਾਂਗੇ, ਸਬਟ੍ਰੈਕਸ਼ਨ ਲਈ SUB। ਦੈਨ ਆਪਰੈਂਡ ਸਪੈਸੀਫਿਕੇਸ਼ਨ ਨੰਬਰ ਆਫ ਆਪਰੈਂਡਸ ਹੁੰਦੇ ਆ ਰਜਿਸਟਰ ਆਪਰੈਂਡ, ਸਟੋਰੇਜ ਆਪਰੈਂਡ, ਇਮੀਡੀਏਟ ਆਪਰੈਂਡ। फर्स्ट ऑपरेंड हमेशा की हुंदा रजिस्टर ऑपरेंड। फर्स्ट ऑपरेंड इज ऑलवेज रजिस्टर ऑपरेंड। BREG, AREG, CRG एटसेट्रा ये सारे की है A रजिस्टर, B रजिस्टर, C रजिस्टर ये सारे की है ऑपरेंड्स रजिस्टर ऑपरेंड। सेकंड ऑपरेंड रेफर्स टू मेमरी वर्ड यूजिंग सिंबॉलिक नेम एंड ऑप्शनल डिस्प्लेसमेंट। ਹੁਣ ਆਪਾਂ ਜਿਹੜੇ ਹੈਗੇ ਇਹਨਾਂ ਨੂੰ ਆਪਰੈਂਡਸ ਨੂੰ ਰਿਪਰੈਜ਼ੈਂਟ ਕਿਵੇਂ ਕਰਨਾ ਹੈ ਦਾ ਵੇ ਟੂ ਰਿਪਰੈਜ਼ੈਂਟ ਮੈਮਰੀ ਵਰਡ ਵਿਦ ਸਿੰਬੋਲਿਕ ਨੇਮ ਐਂਡ ਡਿਸਪਲੇਸਮੈਂਟ ਇਜ਼ ਸ਼ੋਨ ਇਨ ਦਾ ਫੋਲੋਇੰਗ ਐਗਜ਼ਾਮਪਲ। ਜਿਵੇਂ ਆਪਾਂ ਲਿਖਿਆ ਐਡ AREG1 ਤਾਂ ਨਿਮੋਨਿਕ ਇਹਦੇ ਵਿੱਚ ਕੀ ਹੈ ਐਡ ਇਟ ਮੀਨਸ ਐਡੀਸ਼ਨ ਆਪਰੇਸ਼ਨ ਪਰਫਾਰਮ ਹੋ ਰਿਹਾ। ਦਿਸ ਸਟੇਟਮੈਂਟ ਕੰਟੇਨ ਟੂ ਆਪਰੈਂਡ ਇਹਦੇ ਵਿੱਚ ਦੋ ਆਪਰੈਂਡ ਨੇ। ਫਸਟ ਆਪਰੈਂਡ ਕੀ ਹੈਗਾ ਤੁਹਾਡਾ ਰਜਿਸਟਰ A ਐਂਡ ਸੈਕੰਡ ਆਪਰੈਂਡ ਕੀ ਹੈ ਮੈਮਰੀ ਵਰਡ ਵਿਦ ਨੇਮ 1 ਮੈਮਰੀ ਨੇਮ ਜਿਹਦਾ ਨਾਮ ਕੀ ਹੈ 1 ਔਰ ਦੂਸਰਾ ਇੱਕ ਆਪਰੈਂਡ ਜਿਹੜਾ ਹੈ ਪਹਿਲਾ ਆਪਰੈਂਡ ਹੈ ਰਜਿਸਟਰ ਆਪਰੈਂਡ ਹੈ ਰਜਿਸਟਰ A ਐਂਡ ਸੈਕੰਡ ਆਪਰੈਂਡ ਇਜ਼ ਮੈਮਰੀ ਵਰਡ ਵਿਦ ਨੇਮ 1। ਸੈਕੰਡ ਐਗਜ਼ਾਮਪਲ ਆ ਗਈ ਤੁਹਾਡੀ ਐਡ AREG1 + 10 ਇਹਦੇ 'ਚ ਆ ਗਈ ਡਿਸਪਲੇਸਮੈਂਟ ਤੁਹਾਡੀ ਜਾਂ ਨੂੰ ਆਫਸੈਟ ਵੀ ਕਹਿ ਸਕਦੇ ਹਾਂ। ਹੇਅਰ ਸੈਕੰਡ ਆਪਰੈਂਡ ਇਜ਼ obtained from memory word which is always 10 words away from the word with name 1 ਆਪਣਾ ਜਿਹੜਾ ਹੈਗਾ ਮੈਮਰੀ ਵਰਡ ਉਸ ਤੋਂ 10 words away ਆਪਾਂ ਨੂੰ ਜਿਹੜਾ ਹੈਗਾ ਆਪਣਾ ਆਪਰੈਂਡ ਮਿਲੇਗਾ। Second operand is obtained from memory word which is 10 words away from the word with name 1। ਉਸ ਤੋਂ ਬਾਅਦ ਅਗਲਾ ਜਿਹੜਾ ਹੈਗਾ ਟੇਬਲ ਹੈ ਇਹਦੇ ਵਿੱਚ ਨੰਬਰ ਆਫ ਨਿਮੋਨਿਕਸ ਆਪਾਂ ਲਿਖੇ ਹੋਏ ਆ ਅਸੈਂਬਲੀ ਨਿਮੋਨਿਕਸ ਔਰ ਉਹਨਾਂ ਦਾ ਆਪਰੇਸ਼ਨ ਕੀ ਆਪਰੇਸ਼ਨ ਪਰਫਾਰਮ ਕਰ ਰਹੇ ਆ ਉਹਨਾਂ ਦੇ ਆਪਕੋਡਸ ਲਿਖੇ ਹੋਏ ਆ। ਜਿਵੇਂ ਸਟਾਪ ਐਗਜ਼ੀਕਿਊਸ਼ਨ ਉਹਦਾ ਆਪਕੋਡ ਕੀ ਹੈ 00। ਐਡੀਸ਼ਨ ਦਾ ਆਪਕੋਡ ਕੀ ਹੈ 01। ਐਡੀਸ਼ਨ ਆਪਰੇਸ਼ਨ ਦੋ ਆਪਰੈਂਡਸ ਦੀ ਐਡੀਸ਼ਨ ਕਰ ਰਿਹਾ। ਸਬਟ੍ਰੈਕਸ਼ਨ ਜਿਹੜਾ ਹੈਗਾ ਨਿਮੋਨਿਕ ਦੋ ਆਪਰੈਂਡਸ ਦੀ ਆਪਾਂ ਇਹਦੇ ਨਾਲ ਸਬਟ੍ਰੈਕਸ਼ਨ ਕਰ ਸਕਦੇ ਹਾਂ। ਇਹਦਾ ਆਪਕੋਡ ਕੀ ਹੈ 2 ਮਲਟੀਪਲਾਈ ਦਾ ਆਪਕੋਡ 3
ਮੂਵਰ ਕਮਾਂਡ ਉਹਦਾ ਆਪਕੋਡ ਹੈਗਾ 4, ਮੂਵਐਮ ਦਾ 5 ਹੈ। ਦੈਨ ਕੰਪੇਅਰ ਸੈਟ ਕੰਡੀਸ਼ਨ ਕੋਡ, ਜੇ ਆਪਾਂ ਕੋਈ ਕੰਡੀਸ਼ਨ ਲਗਾਣੀ ਹੈ ਤਾਂ ਆਪਣਾ 6 ਹੈ ਉਹਦਾ ਕੋਡ। ਬ੍ਰਾਂਚ ਔਨ ਕੰਡੀਸ਼ਨ 7 ਆ ਗਿਆ। ਡਿਵਾਈਡ ਲਈ 8 ਆ ਆਪਕੋਡ। ਰੀਡ ਲਈ ਰੀਡ ਮੀਨਸ ਆਪਾਂ ਇਨਪੁਟ ਦੇ ਰਹੇ ਹਾਂ ਤਾਂ ਉਹਦਾ ਹੈਗਾ ਆਪਕੋਡ 9। ਦੈਨ ਆਪਾਂ ਪ੍ਰਿੰਟ ਕਰਵਾ ਰਹੇ ਹਾਂ ਤਾਂ ਉਹਦਾ ਆਪਕੋਡ ਹੈਗਾ 10। ਉਸ ਤੋਂ ਬਾਅਦ ਜਿਹੜੀਆਂ ਇਹ ਕਮਾਂਡਸ ਹੈ ਇਹਨਾਂ ਨੂੰ ਐਕਸਪਲੇਨ ਕੀਤਾ ਹੋਇਆ। ਮੂਵ ਦਾ ਮਤਲਬ ਕੀ ਹੈ, ਇੰਸਟਰਕਸ਼ਨ ਇਜ਼ ਯੂਜ਼ ਟੂ ਮੂਵ ਏ ਵੈਲਿਊ ਬਿਟਵੀਨ ਮੈਮਰੀ ਔਰ ਰਜਿਸਟਰ। ਮੈਮਰੀ ਤੇ ਰਜਿਸਟਰ ਦੇ ਵਿੱਚ ਜਦੋਂ ਆਪਾਂ ਡਾਟਾ ਮੂਵ ਕਰਨਾ ਹੁੰਦਾ, ਮੈਮਰੀ ਤੋਂ ਰਜਿਸਟਰ ਜਾਂ ਰਜਿਸਟਰ ਤੋਂ ਮੈਮਰੀ, ਤਾਂ ਉਹਦੇ ਲਈ ਆਪਾਂ ਦੋ ਕਮਾਂਡਸ ਯੂਜ਼ ਕਰਦੇ ਹਾਂ, ਮੂਵਰ ਤੇ ਮੂਵਐਮ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਮੂਵਰ ਇਜ਼ ਅ यूज टू मूव ए वैल्यू फ्रॉम मैमरी टू रजिस्टर। अगर आप मैमरी तो रजिस्टर दे विच मूव करना तो आप मूवर कमांड यूज़ करांगे। ये की है हेयर द सैकेंड ऑपरेंड इज सोर्स ऑपरेंड, जो सैकेंड ऑपरेंड होगा ये सोर्स ऑपरेंड हो। तो आ तुहाडी मूवएम कमांड दी एग्जाम्पल मैं लई हुई है। देखो मूवएम कमांड, the condition code specified in a BC statement is encoded into register operand position using codes 1 to 6 for specification, less than equal to, greater than equal to and any. Thus BC statement transfer the control to memory word with the address if current value of condition code matches control। ਉਸ ਤੋਂ ਬਾਅਦ ਆ ਗਿਆ ਜੀ ਤੁਹਾਡਾ ਮਸ਼ੀਨ ਇੰਸਟਰਕਸ਼ਨ ਫਾਰਮੈਟ। ਹੁਣ ਆਪਾਂ ਨੂੰ ਅਸੈਂਬਲੀ ਸਟੇਟਮੈਂਟ ਫਾਰਮੈਟ ਦੇ ਅਗੇਂਸਟ ਜਿਹੜਾ ਹੈਗਾ ਉਹਦੇ ਕੋਰਸਪੋਂਡਿੰਗ ਮਸ਼ੀਨ ਇੰਸਟਰਕਸ਼ਨ ਫਾਰਮੈਟ ਵੀ ਚਾਹੀਦਾ ਹੈ। ਤਾਂ ਤੁਹਾਡਾ ਮਸ਼ੀਨ ਇੰਸਟਰਕਸ਼ਨ ਫਾਰਮੈਟ ਕਿੱਦਾਂ ਦਾ ਹੋਏਗਾ, ਕੋਰਸਪੋਂਡਿੰਗ ਟੂ ਅਸੈਂਬਲੀ ਸਟੇਟਮੈਂਟ ਫਾਰਮੈਟ ਆਲਸੋ ਕੰਟੇਨ, ਉਹਦੇ 'ਚ ਵੀ ਤੁਹਾਡਾ ਕੀ ਹੋਊਗਾ, ਆਪਕੋਡ, ਰਜਿਸਟਰ ਆਪਰੈਂਡ ਤੇ ਮੈਮਰੀ ਆਪਰੈਂਡ। ਉਹਦੇ 'ਚ ਵੀ ਤਿੰਨੋਂ ਇਹੀ ਚੀਜ਼ਾਂ ਸੀ। ਆਪਕੋਡ ਜਿਹੜਾ ਆਪਾਂ ਆਪਰੇਸ਼ਨ ਪਰਫਾਰਮ ਕਰ ਰਹੇ ਹਾਂ, ਤੇ ਆਪਰੈਂਡਸ ਤੁਹਾਡੇ ਸਟੋਰ ਹੋ ਸਕਦੇ ਆ ਚਾਹੇ ਦੀ ਰਜਿਸਟਰ ਦੇ ਵਿੱਚ ਚਾਹੇ ਤੁਹਾਡੇ ਮੈਮਰੀ ਦੇ ਵਿੱਚ। ਇਹਦੇ ਵਿੱਚ ਜਿਹੜਾ ਆਪਕੋਡ ਹੈ ਇਟ ਆਕੂਪਾਈਜ਼ 2 digits, ਰਜਿਸਟਰ ਆਪਰੈਂਡ ਆਕੂਪਾਈਜ਼ 1 digit and memory operand occupies 3 digit. This machine instruction format is shown in figure. Opcode it is of 2 digit, register operand it is of 1 digit and memory operand it is of 3 digits. This is sample program to find x plus y. First instruction आ गई थोड़ी start, location counter ਦੀ value आ गई थोड़ी 101। ਉਸ ਤੋਂ ਬਾਅਦ ਆ ਗਿਆ read x, read y, मूवर AREGX। मूवर कमांड ਤੁਹਾਨੂੰ ਪਤਾ ਹੀ ਹੈ। मूवर ਦਾ ਮਤਲਬ ਕੀ ਹੁੰਦਾ ਹੈ ਕਿ ਤੁਸੀਂ ਮੂਵ ਕਰ ਰਹੇ ਹੋ ਵੈਲਿਊ ਫਰੋਮ ਮੈਮਰੀ ਟੂ ਰਜਿਸਟਰ। ਤਾਂ ਮਤਲਬ ਕਿ x ਜੋ ਮੈਮਰੀ ਲੋਕੇਸ਼ਨ ਹੈ ਉਹਦੀ ਵੈਲਿਊ ਤੁਹਾਡੇ ਰਜਿਸਟਰ A ਦੇ ਵਿੱਚ ਮੂਵ ਹੋ ਰਹੀ ਹੈ। ਐਡ AREGY, ਹੁਣ ਆਪਾਂ ਇਹਦੇ 'ਚ A ਰਜਿਸਟਰ 'ਚ ਆਪਣੀ ਵੈਲਿਊ x ਦੀ ਸੀ, ਉਹਦੇ 'ਚ ਆਪਾਂ y ਐਡ ਕਰ ਰਹੇ ਹਾਂ। ਦੈਨ ਮੂਵਮ A ਰਜਿਸਟਰ ਤੇ ਰਿਜ਼ਲਟ, ਮੀਨਸ ਕਿ A ਰਜਿਸਟਰ ਦੇ ਵਿੱਚ ਜਿਹੜੀ ਵੈਲਿਊ ਉਹਨੂੰ ਆਪਾਂ ਮੂਵ ਕਰ ਰਹੇ ਹਾਂ ਰਿਜ਼ਲਟ ਵਿੱਚ, ਕਿਉਂਕਿ ਜਿਹੜੀ ਮੂਵ ਕਮਾਂਡ ਹੈ ਉਹਨੇ ਕੀ ਕਰਨਾ ਹੈ, ਰਜਿਸਟਰ ਟੂ ਮੈਮਰੀ ਮੂਵ ਕਰਨਾ ਹੈ। ਰਿਜ਼ਲਟ ਤੁਹਾਡਾ ਇੱਕ ਵੇਰੀਏਬਲ ਹੈ ਜਿਹਦੇ 'ਚ ਆਪਾਂ ਡਾਟਾ ਮੂਵ ਕਰ ਰਹੇ ਹਾਂ। ਤੇ ਉਸ ਤੋਂ ਬਾਅਦ ਪ੍ਰਿੰਟ ਕਰਾ ਰਹੇ ਹਾਂ ਰਿਜ਼ਲਟ, ਦੈਨ ਸਟਾਪ। ਹੁਣ ਇੱਥੇ ਆਪਣਾ ਪ੍ਰੋਗਰਾਮ ਐਂਡ ਹੋ ਗਿਆ। ਉਸ ਤੋਂ ਬਾਅਦ ਜਿਹੜੇ ਹੈਗੇ ਆ x ਤੇ y ਆਪਾਂ ਉਹਨਾਂ ਨੂੰ ਜਿਹੜੀ ਹੈਗੀ ਹੈ ਵੈਲਿਊ ਉਹਨਾਂ ਦੀ ਡਿਕਲੇਅਰ ਕਰਨੀ ਹੈ। x ds ਦਾ ਮਤਲਬ ਇਹ ਹੈਗਾ ਡਿਕਲੇਅਰ ਸਟੋਰੇਜ। 1 ਮੀਨਸ ਕਿ ਇਹਨੂੰ ਆਪਾਂ 1 ਮੈਮਰੀ ਜਿਹੜਾ ਹੈ 1 ਮੈਮਰੀ ਦਾ ਏਰੀਆ ਦਿੱਤਾ ਆਪਾਂ ਇਹਨੂੰ। ਉਸ ਤੋਂ ਬਾਅਦ x ਆ ਗਈ, x ਵੀ ਡਿਕਲੇਅਰ ਸਟੋਰੇਜ, ਇਟ ਇਜ਼ 1 ਮੀਨਸ ਕਿ ਇਟ ਰਿਜ਼ਰਵਸ ਮੈਮਰੀ ਏਰੀਆ ਆਫ 1 ਵਰਡ। ਦੈਨ ਰਿਜ਼ਲਟ ds, ਇਹ ਵੀ ਡਿਕਲੇਅਰ ਸਟੋਰੇਜ ਸਟੇਟਮੈਂਟ ਹੈ। ਇਹਦੇ ਵੀ ਆਪਾਂ ਕੀ ਹੈ, ਇਹਦੇ ਵੀ ਵੈਲਿਊ 1 ਲਈ ਹੈ ਤਾਂ ਇਹਦਾ ਮਤਲਬ ਦਿਸ ਸਟੇਟਮੈਂਟ ਆਲਸੋ ਰਿਜ਼ਰਵਸ ਮੈਮਰੀ ਏਰੀਆ ਆਫ 1 ਵਰਡ। ਦੈਨ ਐਂਡ। ਨੈਕਸਟ ਆਪਣਾ ਉਹੀ ਸੇਮ ਪ੍ਰੋਗਰਾਮ ਹੈ ਜੋ ਆਪਾਂ ਪਿਛਲੀ ਸਲਾਈਡ ਦੇ ਵਿੱਚ ਕੀਤਾ। ਇਹਦੇ ਵਿੱਚ ਬਸ ਸਿਰਫ ਕੀ ਹੈ, ਨਾਲ ਆਪਾਂ ਮਸ਼ੀਨ ਲੈਂਗੁਏਜ ਕੋਡ ਵੀ ਲਿਖਿਆ ਹੋਇਆ ਹੈ। ਆਹ ਤੁਹਾਡਾ ਹੈਗਾ LC, ਇਹਦੀਆਂ ਤੁਹਾਡੀ ਲੋਕੇਸ਼ਨ ਕਾਊਂਟਰ ਦੇ ਵਿੱਚ ਜੋ ਵੈਲਿਊ ਆਊਗੀ ਫਸਟ, ਜਿਵੇਂ ਤੁਹਾਡਾ ਪ੍ਰੋਗਰਾਮ 101 ਤੋਂ ਸਟਾਰਟ ਹੋ ਰਿਹਾ ਤਾਂ 101 ਲੋਕੇਸ਼ਨ ਤੋਂ ਤੁਸੀਂ ਜਿਹੜਾ ਹੈਗਾ ਰੀਡ x ਦੀ ਵੈਲਿਊ 101 'ਚ ਆ ਗਈ। ਇੱਦਾਂ ਤੁਸੀਂ ਮਤਲਬ ਕਿ 1 ਲੋਕੇਸ਼ਨ ਅੱਗੇ ਮੂਵ ਕਰੀ ਜਾਣਾ। ਇਹ ਲੋਕੇਸ਼ਨ ਕਾਊਂਟਰ ਦੀ ਵੈਲਿਊ ਹੋ ਗਈ। ਆਪਕੋਡ ਆਪਾਂ ਲਾਸਟ ਸਲਾਈਡ ਦੇ ਵਿੱਚ ਆਪਕੋਡ ਦੀ ਵੈਲਿਊ ਕੀਤੀ ਸੀ, ਜਿਵੇਂ ਰੀਡ ਦੀ ਵੈਲਿਊ 09 ਹੁੰਦੀ ਹੈ, ਮੂਵਰ ਕਮਾਂਡ ਦੀ 04 ਹੁੰਦਾ ਆਪਕੋਡ, ਮੂਵਐਮ ਦਾ 5 ਹੁੰਦਾ ਹੈ, ਸਟਾਪ ਦੇ ਲਈ 0 ਹੁੰਦਾ ਹੈ, ਪ੍ਰਿੰਟ ਲਈ 10 ਹੁੰਦਾ ਹੈ। ਤਾਂ ਇਹ ਸਾਰੀ ਆਪਕੋਡ ਦੀਆਂ ਵੈਲਿਊ ਆ ਗਈਆਂ। ਉਸ ਤੋਂ ਬਾਅਦ ਅੱਗੇ ਰਜਿਸਟਰ ਆਪਰੈਂਡ ਤੇ ਮੈਮਰੀ ਆਪਰੈਂਡ। ਹੁਣ ਮੈਮਰੀ ਆਪਰੈਂਡ ਦੇਖੋ, ਮੈਮਰੀ ਆਪਰੈਂਡ ਦੇ ਵਿੱਚ ਕੀ ਹੈ, ਤੁਸੀਂ ਜਿਹੜੇ x ਤੇ y ਹੈ ਡਿਕਲੇਅਰ ਕੀਤੇ ਹੈਗੇ ਲੋਕੇਸ਼ਨ 108 ਤੇ, ਤਾਂ ਇਹਦਾ ਮਤਲਬ x ਦੇ ਅੱਗੇ ਤੁਹਾਡੀ 108 ਵੈਲਿਊ ਆਊਗੀ। ਉਸ ਤੋਂ ਬਾਅਦ ਤੁਸੀਂ y ਕਿੱਥੇ ਡਿਕਲੇਅਰ ਕੀਤਾ 109 ਦੇ ਵਿੱਚ, ਤਾਂ ਤੁਸੀਂ 109 ਇੱਥੇ ਆਊਗੀ। ਤਾਂ ਇੱਦਾਂ ਜਿੱਥੇ x ਤੇ y ਦੀ ਯੂਜ਼ ਹੋਈ ਹੈ ਵੈਲਿਊ, ਉੱਥੇ ਉਸ ਮੈਮਰੀ ਲੋਕੇਸ਼ਨ ਦੀ ਵੈਲਿਊ ਤੁਹਾਡੀ ਇੱਥੇ ਆ ਜਾਊਗੀ, ਤਾਂ ਉਹਨੂੰ ਆਪਾਂ ਕਹਾਂਗੇ ਮੈਮਰੀ ਆਪਰੈਂਡ।
ਉਸ ਤੋਂ ਬਾਅਦ ਇੱਕ ਹੋਰ ਪ੍ਰੋਗਰਾਮ ਜਿਹੜਾ ਹੈਗਾ ਮੈਂ ਬਣਾਇਆ ਹੈਗਾ, ਇਹਦੇ 'ਚ ਕੀ ਹੈਗਾ, ਫੈਕਟੋਰੀਅਲ ਆਪਾਂ ਕੈਲਕੂਲੇਟ ਕਰ ਰਹੇ ਹਾਂ n ਦਾ। n ਇੱਕ ਨੰਬਰ ਹੈ ਜਿਹਦਾ ਆਪਾਂ ਫੈਕਟੋਰੀਅਲ ਕਾਊਂਟ ਕਰ ਰਹੇ ਹਾਂ। ਸਟਾਰਟਿੰਗ ਲੋਕੇਸ਼ਨ ਉਹੀ ਮੈਂ 101 ਤੋਂ ਲਈ ਹੈ, ਫਿਰ ਰੀਡ ਕਰ ਰਹੇ ਹਾਂ n। ਫਿਰ ਮੂਵਰ ਕਮਾਂਡ ਆ ਗਈ ਤੁਹਾਡੀ ONE1। ONE1 ਕੀ ਹੈ, ਇੱਕ ਮੈਮਰੀ ਲੋਕੇਸ਼ਨ ਹੈ ਜਿਹਨੂੰ ਆਪਾਂ B ਰਜਿਸਟਰ 'ਚ ਮੂਵ ਕਰ ਰਹੇ ਹਾਂ। ਫਿਰ ਮੂਵਐਮ ਕਮਾਂਡ ਹੈ, B ਨੂੰ ਆਪਾਂ ਟਰਮ ਦੇ ਵਿੱਚ ਮੂਵ ਕਰ ਰਹੇ ਹਾਂ, ਟੈਂਪਰੇਰੀ ਦੇ ਵਿੱਚ ਡਾਟਾ ਰੱਖ ਰਹੇ ਹਾਂ। ਫਿਰ ਆਪਾਂ ਮਲਟੀਪਲਾਈ ਕਰ ਰਹੇ ਹਾਂ। ਤੁਹਾਨੂੰ ਪਤਾ ਹੀ ਹੈ ਫੈਕਟੋਰੀਅਲ ਜਦੋਂ ਤੁਸੀਂ ਕੈਲਕੂਲੇਟ ਕਰਦੇ ਹੋ ਉਹਦੇ 'ਚ ਤੁਸੀਂ ਜਿਹੜਾ ਨੰਬਰ ਲਿਆ, ਜਿਵੇਂ 5 ਲਿਆ ਤਾਂ ਉਹਨੂੰ 1 ਮਾਈਨਸ ਕਰਕੇ ਤੁਸੀਂ ਮਲਟੀਪਲਾਈ ਕਰਦੇ ਹੋ, ਜਿਵੇਂ 5 × 4 × 3 × 2 × 1। ਤਾਂ ਉਹਦੇ ਲਈ ਤੁਹਾਨੂੰ ਆਹ ਸਾਰੀਆਂ ਕਮਾਂਡਸ ਜਿਹੜੀਆਂ ਹੈਗੀਆਂ ਯੂਜ਼ ਕਰਨੀਆਂ ਪੈਣਗੀਆਂ। ਉਸ ਤੋਂ ਬਾਅਦ ਤੁਸੀਂ ਮਲਟੀਪਲਾਈ ਕਰਕੇ ਲਾਸਟ 'ਤੇ ਤੁਸੀਂ ਉਹਦਾ ਰਿਜ਼ਲਟ ਜਿਹੜਾ ਹੈਗਾ ਸਟੋਰ ਕਰੋਗੇ। ਹੁਣ ਇੱਥੇ ਦੇਖੋ ਕੰਪੇਅਰ ਕਮਾਂਡ ਵੀ ਯੂਜ਼ ਕੀਤੀ ਹੋਈ ਹੈ। n ਦੀ ਵੈਲਿਊ ਕੰਪੇਅਰ ਕਰੀ ਜਾਣਾ ਕਦੋਂ ਤੱਕ, ਜਦੋਂ ਤੱਕ ਤੁਹਾਡੀ ਵੈਲਿਊ 1 ਤੱਕ ਨਹੀਂ ਆ ਜਾਂਦੀ। l ਕਮਾਂਡ ਲੈਸ ਦੈਨ, ਤਾਂ ਤੁਸੀਂ ਉੱਥੇ a ਗੇਨ ਮੀਨਸ ਕਿ ਦੁਬਾਰਾ ਤੁਸੀਂ ਮਲਟੀਪਲਾਈ 'ਤੇ ਚਲਾ ਜਾਣਾ। a ਗੇਨ ਤੁਹਾਡਾ ਇੱਥੇ ਲੇਬਲ ਯੂਜ਼ ਕੀਤਾ ਹੋਇਆ, ਤੁਹਾਨੂੰ ਦੱਸਿਆ ਸੀ ਲੇਬਲ ਕੀ ਹੁੰਦਾ। ਹੁਣ ਦੇਖੋ ਇੱਥੇ ਤੁਹਾਡੀ ਲੇਬਲ ਕਮਾਂਡ ਯੂਜ਼ ਹੋ ਗਈ। ਤੁਸੀਂ ਲੇਬਲ ਇੱਥੇ ਯੂਜ਼ ਕੀਤਾ, ਜਿੱਥੇ ਉਹਨੂੰ ਤੁਸੀਂ a ਗੇਨ 'ਤੇ ਕਿਹਾ ਤਾਂ ਉਹਨੇ ਉੱਥੇ ਵਾਪਸ ਚਲਾ ਜਾਣਾ। ਉਸ ਤੋਂ ਬਾਅਦ ਤੁਹਾਡਾ ਰਿਜ਼ਲਟ ਆ ਗਿਆ, ਫਿਰ ਤੁਸੀਂ ਪ੍ਰਿੰਟ ਕਰਾ ਲਿਆ ਰਿਜ਼ਲਟ, ਦੈਨ ਸਟੋਪ। ਉਸ ਤੋਂ ਬਾਅਦ ਤੁਹਾਡੇ ਵੇਰੀਏਬਲ ਜਿਹੜੇ ਯੂਜ਼ ਹੋਏ n, ਰਿਜ਼ਲਟ, 1, ਟਰਮ, ਇਹਨਾਂ ਸਾਰਿਆਂ ਦੀਆਂ ਜਿਹੜੀਆਂ ਹੈਗੀਆਂ ਇੱਥੇ ਡੈਕਲੇਰੇਸ਼ਨਸ ਕੀਤੀਆਂ ਹੋਈਆਂ। ਜਿਹੜਾ n ਉਹ ਡਿਕਲੇਅਰ ਸਟੋਰੇਜ ਹੈ, ਇਹਨੂੰ ਵੈਲਿਊ 1 ਦਿੱਤੀ ਹੈ, ਮਤਲਬ ਕਿ ਇਹਦਾ ਕੀ ਹੈ ਕਿ ਇਟ ਰਿਜ਼ਰਵਸ ਅ ਮੈਮਰੀ ਆਫ ਏਰੀਆ ਆਫ 1 ਵਰਡ। ਇਵੇਂ ਰਿਜ਼ਲਟ ਆ ਗਿਆ ਤੁਹਾਡਾ, ਇਹ ਵੀ 1 ਵਰਡ ਦਾ ਮੈਮਰੀ ਏਰੀਆ ਰਹਿ ਰਿਹਾ। ONE ਕੀ ਹੈ, ਇਹ ਡਿਕਲੇਅਰ ਸਟੋਰੇਜ ਨਹੀਂ ਹੈ, ਡਿਕਲੇਅਰ ਕੌਂਸਟੈਂਟ ਹੈ, ਕਿਉਂਕਿ ਤੁਸੀਂ ਇੱਥੇ ਕੌਂਸਟੈਂਟ ਦੀ ਵੈਲਿਊ ਲਈ ਹੋਈ ਹੈ। ਜਦੋਂ ਤੁਸੀਂ ਸਿੰਗਲ ਕੋਟਸ ਵਿੱਚ ਲਿਖਦੇ ਹੋ ਉਹਨੂੰ, ਇਹਦਾ ਮਤਲਬ ਹੁੰਦਾ ਇਹ ਕੌਂਸਟੈਂਟ ਹੈ ਵੈਲਿਊ। ਉਸ ਤੋਂ ਬਾਅਦ ਫਿਰ ਡਿਕਲੇਅਰ ਸਟੋਰੇਜ ਆ ਗਈ, ਇਹ ਵੀ ਤੁਹਾਡਾ 1 ਕੀ ਸ਼ੋ ਕਰ ਰਿਹਾ ਕਿ ਇਟ ਰਿਜ਼ਰਵਸ ਆ ਮੈਮਰੀ ਏਰੀਆ ਆਫ 1 ਵਰਡ। ਤਾਂ ਦੂਸਰੀ ਸਾਈਡ ਤੇ ਤੁਹਾਡੇ ਆ ਗਏ ਮਸ਼ੀਨ ਲੈਂਗੁਏਜ ਕੋਡ, ਉਵੇਂ ਜਿਵੇਂ ਲਾਸਟ ਪ੍ਰੋਗਰਾਮ ਦੇ ਵਿੱਚ ਤੁਸੀਂ। ਉਸ ਤੋਂ ਬਾਅਦ ਆ ਗਈਆਂ ਜੀ ਟਾਈਪਸ ਆਫ ਅਸੈਂਬਲੀ ਲੈਂਗੁਏਜ ਸਟੇਟਮੈਂਟ। ਅਸੈਂਬਲੀ ਲੈਂਗੁਏਜ ਦੇ ਵਿੱਚ ਬਹੁਤ ਸਾਰੀਆਂ ਸਟੇਟਮੈਂਟਸ ਹੁੰਦੀਆਂ। ਮੇਨ ਜਿਹੜੀਆਂ ਸਟੇਟਮੈਂਟਸ ਕਿਹੜੀਆਂ ਹੈਗੀਆਂ, ਇੰਪੀਰੇਟਿਵ ਸਟੇਟਮੈਂਟ, ਡੈਕਲੇਰੇਟਿਵ ਸਟੇਟਮੈਂਟ ਅਤੇ ਅਸੈਂਬਲਰ ਡਾਇਰੈਕਟਿਵਸ। ਸਭ ਤੋਂ ਪਹਿਲਾਂ ਆ ਗਈ ਇੰਪੀਰੇਟਿਵ ਸਟੇਟਮੈਂਟ। ਇੰਪੀਰੇਟਿਵ ਸਟੇਟਮੈਂਟ ਕੀ ਹੁੰਦੀ ਹੈ, ਇਟ ਇਜ਼ ਅਸੈਂਬਲੀ ਲੈਂਗੁਏਜ ਇੰਡੀਕੇਟ ਦ ਐਕਸ਼ਨ ਟੂ ਬੀ ਪਰਫਾਰਮ ਡਿਊਰਿੰਗ ਐਗਜ਼ੀਕਿਊਸ਼ਨ ਆਫ ਅਸੈਂਬਲੀ ਸਟੇਟਮੈਂਟ। ਜਿਹੜਾ ਵੀ ਐਕਸ਼ਨ ਪਰਫਾਰਮ ਹੋ ਰਿਹਾ, ਜਿਵੇਂ ਮੂਵਰ, ਮੂਵਐਮ, ਐਡ, ਸਬਟਰੈਕਟ, ਮਲਟੀਪਲਾਈ, ਇਹ ਸਾਰੀਆਂ ਇੰਪੀਰੇਟਿਵ ਸਟੇਟਮੈਂਟਸ ਆ ਗਈਆਂ। ਉਸ ਤੋਂ ਬਾਅਦ ਆ ਗਈਆਂ ਜੀ ਤੁਹਾਡੀ ਡੈਕਲੇਰੇਟਿਵ ਸਟੇਟਮੈਂਟ। ਹੁਣ ਡੈਕਲੇਰੇਟਿਵ ਸਟੇਟਮੈਂਟ ਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ, ਇੱਕ DS ਤੇ ਇੱਕ DC। DS ਕੀ ਹੈ, DS ਮੀਨਸ ਡਿਕਲੇਅਰ ਸਟੋਰੇਜ। ਡਿਕਲੇਅਰ ਸਟੋਰੇਜ ਮੈਂ ਸਟੇਟਮੈਂਟ ਤੁਹਾਨੂੰ ਕੀ ਦੱਸੀ ਹੈ ਵੀ ਕਿੰਨਾ ਮੈਮਰੀ ਏਰੀਆ ਹੈ ਰਿਜ਼ਰਵ ਕਰਾ ਰਹੀ ਹੈ। DS ਸਟੇਟਮੈਂਟ ਰਿਜ਼ਰਵਸ ਬਲੌਕ ਆਫ ਮੈਮਰੀ। ਇਟ ਆਲਸੋ ਐਸੋਸੀਏਟ ਸਿੰਬੋਲਿਕ ਨੇਮ ਫॉर ਥੀਸ ਐਲੋਕੇਟਿਡ ਬਲੌਕਸ। ਤਾਂ ਹੁਣ ਤੁਸੀਂ ਜਿਵੇਂ ਇੱਥੇ ਫॉर ਐਗਜ਼ਾਮਪਲ ਆਪਾਂ ਲਿਖਿਆ DS ਕੌਂਸਟੈਂਟ ADS1, ਤਾਂ ਡੈਕਲੇਰੇਸ਼ਨ ਸਟੇਟਮੈਂਟ ਕੀ ਹੈਗੀ ਹੈ, ਰਿਜ਼ਰਵ ਕਰ ਰਹੀ ਹੈ ਮੈਮਰੀ ਫॉर ਵੇਰੀਏਬਲ DS ਡਿਕਲੇਅਰ ਸਟੋਰੇਜ ਐਂਡ DC ਕੀ ਹੋਗਾ, ਡਿਕਲੇਅਰ ਕੌਂਸਟੈਂਟ। DS ਸਟੇਟਮੈਂਟ ਰਿਜ਼ਰਵ 1 ਵਰਡ ਆਫ ਮੈਮਰੀ ਫॉर ਵੇਰੀਏਬਲ A ਤੇ ONE DC1 ਲਿਖਿਆ ਇਹਦਾ। ਇਹ ਸਟੇਟਮੈਂਟ ਕੀ ਤੁਹਾਨੂੰ ਦੱਸ ਰਹੀ ਹੈ ਵੀ ਜਿਹੜਾ ਇਟ ਐਸੋਸੀਏਟ ਦਾ ਨੇਮ ONE1 ਵਿਦ ਅ ਮੈਮਰੀ ਵਰਡ ਕੰਟੇਨਿੰਗ ਦਾ ਵੈਲਿਊ ਆਫ 1 ਮੀਨਸ ਕਿ ONE ਜਿਹੜਾ ਵੇਰੀਏਬਲ ਉਹਦੇ ਵਿੱਚ 1 ਦੀ ਵੈਲਿਊ ਹੈ। 1 ਦੀ ਵੈਲਿਊ ਹੈ ਮੀਨਸ ਕਿਉਂਕਿ ਇਹ ਕੌਂਸਟੈਂਟ। DC ਮੀਨਸ ਡਿਕਲੇਅਰ ਕੌਂਸਟੈਂਟ। ਤਾਂ ਇੱਥੇ ਤੁਸੀਂ ਕੌਂਸਟੈਂਟ ਵੈਲਿਊ ਇਹਦੇ ਵਿੱਚ ONE ਵਰਡ ਦੇ ਵਿੱਚ ਤੁਸੀਂ ਕੌਂਸਟੈਂਟ ਵੈਲਿਊ 1 ਸਟੋਰ ਕਰ ਰਹੇ ਹੋ। ਪਰ ਜਦੋਂ ਤੁਸੀਂ ADS1 ਲਿਖਦੇ ਹੋ ਤਾਂ ਇਹਦਾ ਮਤਲਬ ਕੀ ਹੈ ਕਿ ਇਹ ਵਾਲੀ ਸਟੇਟਮੈਂਟ ਕੀ ਹੈ, ਇੱਕ ਵਰਡ ਦੀ ਜਿਹੜੀ ਮੈਮਰੀ ਹੈਗੀ ਹੈ ਵੇਰੀਏਬਲ A ਲਈ ਰਿਜ਼ਰਵ ਕਰਕੇ ਰੱਖ ਰਹੀ ਹੈ। ਉਸ ਤੋਂ ਬਾਅਦ ਆ ਗਏ ਜੀ ਤੁਹਾਡੇ ਅਸੈਂਬਲਰ ਡਾਇਰੈਕਟਿਵਸ। ਇਟ ਇੰਸਟਰਕਟ ਦਾ ਅਸੈਂਬਲਰ ਟੂ ਪਰਫਾਰਮ ਸਰਟਨ ਐਕਸ਼ਨਸ ਡਿਊਰਿੰਗ ਦਾ ਅਸੈਂਬਲੀ ਆਫ ਪ੍ਰੋਗਰਾਮ। ਜਿਵੇਂ ਕਿ ਫॉर ਐਗਜ਼ਾਮਪਲ ਸਟਾਰਟ 200 ਐਂਡ ਮੀਨਸ ਸਟਾਰਟ ਤੁਹਾਡਾ ਇੱਥੋਂ ਸਟਾਰਟ ਦੇ ਨਾਲ ਕੌਂਸਟੈਂਟ ਆਉਂਦਾ, 200 ਮੀਨਸ ਇੱਥੋਂ ਤੁਹਾਡਾ ਪ੍ਰੋਗਰਾਮ ਸਟਾਰਟ ਹੋ ਰਿਹਾ, ਐਂਡ ਤੁਹਾਡਾ ਇੱਥੇ ਪ੍ਰੋਗਰਾਮ ਐਂਡ ਹੋ ਰਿਹਾ। ਇਹਨਾਂ ਨੂੰ ਬੋਲਦੇ ਆ ਅਸੈਂਬਲਰ ਡਾਇਰੈਕਟਿਵ। ਦੈਨ ਕੌਂਸਟੈਂਟ ਐਂਡ ਲਿਟਰਲਸ। ਕੌਂਸਟੈਂਟਸ ਕੀ ਹੁੰਦੇ ਆ, ਜਿਵੇਂ ਆਪਾਂ C ਦੇ ਵਿੱਚ ਸਟੇਟਮੈਂਟ ਯੂਜ਼ ਕਰਦੇ ਹਾਂ, ਆਪਾਂ C ਦੇ ਵਿੱਚ ਕੋਈ ਕੌਂਸਟੈਂਟ ਡਿਕਲੇਅਰ ਕਰ ਦਿੰਦੇ ਹਾਂ। ਇਵੇਂ ਸੇਮ ਇਹਦੇ ਵਿੱਚ ਕੌਂਸਟੈਂਟ ਆ ਜਾਂਦੇ, ਜਿਵੇਂ ਆਪਾਂ ਲਿਖਿਆ ਇੰਟੀਜਰ A = 5। ਇਹਦਾ ਮਤਲਬ ਕੀ ਹੈ, ਤੁਹਾਡਾ ਹੈਗਾ 5 ਕੌਂਸਟੈਂਟ ਵੈਲਿਊ ਤੁਹਾਨੂੰ A ਵੇਰੀਏਬਲ ਨੂੰ ਆਪਾਂ ਦਿੱਤੀ ਹੋਈ ਹੈ। A ਇਜ਼ ਕੌਂਸਟੈਂਟ ਵਿਦ ਵੈਲਿਊ 5। ਜਿਹੜੇ ਕੌਂਸਟੈਂਟ ਹੁੰਦੇ ਆ ਅਸੈਂਬਲੀ ਲੈਂਗੁਏਜ ਪ੍ਰੋਗਰਾਮ ਦੇ ਵਿੱਚ, ਕੌਂਸਟੈਂਟ ਨੂੰ ਆਪਾਂ 2 ਵੇਜ਼ ਨਾਲ ਡਿਕਲੇਅਰ ਕਰਦੇ ਹਾਂ, ਇਮੀਡੀਏਟ ਆਪਰੈਂਟ ਤੇ ਲਿਟਰਲਸ। ਐਗਜ਼ਾਮਪਲ ਆਫ ਇਮੀਡੀਏਟ ਆਪਰੈਂਟ ਜਿਵੇਂ ਕਿ ਲਿਖਿਆ ਐਡ AREG5। ਇਹਦਾ ਮਤਲਬ ਕਿ ਇਸ ਇੰਸਟਰਕਸ਼ਨ ਦੇ ਵਿੱਚ 2 ਆਪਰੈਂਟਸ ਹੈ, ਇੱਕ ਰਜਿਸਟਰ ਆਪਰੈਂਟ A ਐਂਡ ਉਹਦੀ ਵੈਲਿਊ ਕੀ ਹੈ 5 ਐਜ਼ ਇਮੀਡੀਏਟ ਆਪਰੈਂਟ।
ਉਸ ਤੋਂ ਬਾਅਦ ਲਿਟਰਲਸ ਆ ਜਾਂਦੇ। ਲਿਟਰਲਸ ਇਜ਼ ऑपरेंट विद सिंटैक्स, ਇਹਦੇ 'ਚ ਆਪਾਂ ਵੈਲਿਊ ਸਿੰਗਲ ਕੋਟਸ ਵਿੱਚ ਦਿੰਦੇ ਆ। ਲਿਟਰਲਸ ਜਿਹੜੇ ਹੈਗੇ ਲਿਟਰਲਸ ਤੇ ਕੌਂਸਟੈਂਟ ਦੇ ਵਿੱਚ ਕੀ ਡਿਫਰੈਂਸ ਹੈ? ਲਿਟਰਲਸ ਕੈਨ ਨॉट बी चेंज ड्यूरिंग प्रोग्राम एग्जीक्यूशन एंड लिटरल्स इज मोर सेफ एंड प्रोटेक्टेड दैन कॉन्स्टेंट एंड लिटरल अपीयर एज ए पार्ट ऑफ। हाँ जी, नैक्सट अपना आ गया जी फेजिज ऑफ असैम्बलर। हुण डिज़ाइनर या प्रोग्रामर ने जो कोई भी प्रोग्राम डिज़ाइन करना है तो उसने कुछ स्टैप्स जोड़े उन्होंने हैगे जोड़े स्टैप्स जोड़े फॉलो करने पैणगे। वो स्टैप्स की ने? स्पैसीफाई द प्रॉब्लम एंड आइडेंटिफाई द इन्फॉर्मेशन नैसेसरी टू परफॉर्म ए टास्क, दैन स्पैसीफाई करने पैणगे डाटा स्ट्रक्चर जोड़े किहड़े यूज़ करने हैं, डिफाइन द फॉर्मेट ऑफ डाटा स्ट्रक्चर रिक्वायर्ड टू रिकॉर्ड द इन्फॉर्मेशन, दैन स्पैसीफाई द एल्गोरिथम टू बी यूज टू ऑब्टेन एंड मेनटेन द इन्फॉर्मेशन। तो वो लिए आप करांगे फेजिज ऑफ असैम्बलर। 2 फेजिज होंगे असैम्बलर के, एनालिसिस फेज एंड सिंथेसिस फेज। ਜਿਹੜਾ ਹੈਗਾ ਤੁਹਾਡਾ ਐਨਾਲਿਸਿਸ ਫੇਜ਼, ਇਹਦਾ ਜਿਹੜਾ ਮੇਨ ਪਰਪਸ ਕੀ ਹੈ, ਮੇਨ ਪ੍ਰਾਇਮਰੀ ਫੰਕਸ਼ਨ ਕੀ ਹੈ? ਇਹਨੇ ਸਭ ਤੋਂ ਪਹਿਲਾਂ ਕੀ ਹੈ ਸਿੰਬਲ ਟੇਬਲ ਤੇ ਲਿਟਰਲ ਟੇਬਲ ਜਿਹੜਾ ਬਿਲਡ ਕਰਨਾ। ਸਿੰਬਲ ਟੇਬਲ ਦੇ ਵਿੱਚ ਕੀ ਹੁੰਦੇ ਆ? ਸਾਰੇ ਸਿੰਬਲਸ ਜਿੰਨੇ ਵੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਆਏ ਆ, ਸਿੰਬਲ ਟੇਬਲ ਕੰਟੇਨ ਸਿੰਬਲਸ ਅਲੋਂਗ ਵਿਦ ਐਡਰੈਸ। ਆਪਾਂ ਸਿੰਬਲਸ ਲਿਖ ਦਿੰਦੇ ਆ, ਨਾਲ ਉਹਦੇ ਐਡਰੈਸਿਸ ਲਿਖ ਦਿੰਦੇ ਆ। ਫॉर दिस परपज़ एनालिसिस फेज मस्ट डिटरमिन एड्रैस ऑफ वेरियस सिंबल। इस करके जिहड़ा एनालिसिस फेज नूं सारे सिंबल का एड्रैस जिहड़ा हैगा डिटरमाइन करना पैंदा। दिस फंक्शन इज़ कॉल्ड मैमरी एलोकेशन और इसनूं कहंदे की है मैमरी एलोकेशन। टू इंप्लीमेंट मैमरी एलोकेशन अ डाटा स्ट्रक्चर कॉल्ड लोकेशन काउंटर यूज़। हुण आपां मैमरी एलोकेट करने लई आपां किहड़ा डाटा स्ट्रक्चर यूज़ करदे हां? लोकेशन काउंटर, LC जिन्हों कहते हैं। लोकेशन काउंटर ऑलवेज कंटेन एड्रैस ऑफ नैक्सट मैमरी वर्ड। लोकेशन काउंटर दे विच हमेशा किहदा एड्रैस होगा? नैक्सट मैमरी वर्ड का। इट इज़ इनिशियलाइज टू कॉन्सटेंट स्पैसीफाइड इन द स्टार्ट स्टेटमेंट। सब तो पहला आपां इहदे विच स्टार्ट स्टेटमेंट दे विच जो जिथों आपां स्टार्ट कर रहे हैं प्रोग्राम उहदी वैल्यू लिखांगे। फॉर एग्जाम्पल मैं लिखिया स्टार्ट 200, तो यह मतलब LC की वैल्यू लोकेशन काउंटर की वैल्यू की होगी 200। whenever analysis phase sees a label in assembly statement, ਜਦੋਂ एनालिसिस फेज ਨੂੰ लेबल दिखूगा assembly language ਵਿੱਚ, it enters the label, label ਵਿੱਚ enter ਕਰੂਗਾ and content of LC in the new entry of symbol table। ਤੇ ਜਿਹੜੇ ਕੰਟੈਂਟ ਜਿਹੜੇ ਹੈਗੇ ਜਿਹੜੇ LC ਦੀ ਵੈਲਿਊ ਜਿਹੜੀ ਹੈਗੀ ਚੇਂਜ ਹੋ ਜਾਊਗੀ। Analysis phase finds number of memory words required by the assembly statement and update the contents of LC। एनालिसिस फेज ने की चेक करना है कि किन्ने नंबर ऑफ वर्ड्स किसी भी assembly statement चाहिए, ਉਹਦੇ ਅਕੋਰਡਿੰਗਲੀ ਉਹਨੇ ਜਿਹੜੇ LC ਦੇ ਕੰਟੈਂਟਸ ਨੂੰ ਅਪਡੇਟ ਕਰਨਾ ਹੈ। ਇਸ ਕਰਕੇ ਜਿਹੜਾ LC ਹੈ ਹਮੇਸ਼ਾ ਇਟ ਪੁਆਇੰਟਸ ਟੂ ਨੈਕਸਟ ਮੈਮਰੀ ਵਰਡ ਇਨ ਦਾ ਟਾਰਗੇਟ ਪ੍ਰੋਗਰਾਮ ਈਵਨ ਵੈਨ ਮਸ਼ੀਨ ਇੰਸਟਰਕਸ਼ਨ ਹੈਵ ਡਿਫਰੈਂਟ ਲੈਂਥ। ਚਾਹੇ ਕਿੰਨੀ ਵੀ ਮਸ਼ੀਨ ਕਿਸੇ ਵੀ ਇੰਸਟਰਕਸ਼ਨ ਦੀ ਕਿੰਨੀ ਵੀ ਲੈਂਥ ਹੋਵੇ, LC ਨੇ ਹਮੇਸ਼ਾ ਨੈਕਸਟ ਮੈਮਰੀ ਵਰਡ ਨੂੰ ਹੀ ਪੁਆਇੰਟ ਕਰਨਾ। ਕਿਉਂਕਿ ਜਿਹੜੀਆਂ ਤੁਹਾਡੀਆਂ ਸਟੇਟਮੈਂਟਸ ਆਪਾਂ ਕਰ ਲਈਆਂ ਪਹਿਲਾਂ DC ਐਂਡ DS, ਡਿਕਲੇਅਰ ਕੌਨਸਟੈਂਟ ਐਂਡ ਡਿਕਲੇਅਰ ਸਟੋਰੇਜ, ਇਹਨਾਂ ਸਭ ਨੇ ਡਿਫਰੈਂਟ ਅਮਾਊਂਟ ਆਫ ਲੈਂਥ ਜਿਹੜੀ ਹੈਗੀ ਹੈ ਲੈਣੀ ਹੈ। In order to update contents of LC, analysis phase need to know the length of different instruction। ਹੁਣ ਜਦੋਂ ਆਪਣੇ LC ਦੇ ਕੰਟੈਂਟਸ ਅਪਡੇਟ ਹੋਣੇ ਆ ਤਾਂ ਐਨਾਲਿਸਿਸ ਫੇਸ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਇੰਸਟਰਕਸ਼ਨ ਦੀ ਕਿੰਨੀ ਲੈਂਥ ਹੈ। ਉਹ ਕਿੱਥੋਂ ਲਏਗਾ? ਇਹ ਇਨਫੋਰਮੇਸ਼ਨ ਕਿੱਥੋਂ ਲਊਗਾ? ਨਿਮੋਨਿਕ ਟੇਬਲ ਚੋਂ। ਦੈਟ ਇਨਕਲੂਡਸ ਲੈਂਥ ਆਫ ਈਚ ਇੰਸਟਰਕਸ਼ਨ, ਜਿਵੇਂ ਕਿ ਐਡੀਸ਼ਨ, ਸਬਟ੍ਰੈਕਸ਼ਨ, ਮਲਟੀਪਲੀਕੇਸ਼ਨ, ਇਹ ਸਾਰਾ ਆਪਾਂ ਨਿਮੋਨਿਕ ਟੇਬਲ 'ਚ ਲਿਖਦੇ ਹਾਂ। ਨਾਲ ਆਪਾਂ ਲੈਂਥ ਲਿਖਦੇ ਹਾਂ ਕਿ ਕਿਸ ਇੰਸਟਰਕਸ਼ਨ ਦੀ ਕਿੰਨੀ ਲੈਂਥ ਹੈ। We refer the processing involved in maintaining the location counter as LC processing, और इस सारी प्रोसैस ਨੂੰ ਆਪਾਂ ਕਹਿੰਦੇ ਆ LC processing। ਉਸ ਤੋਂ ਬਾਅਦ ਆ ਗਿਆ ਜੀ ਕਿਹੜੇ ਟਾਸਕ ਮੇਨ ਜਿਹੜਾ ਹੈਗਾ ਐਨਾਲਿਸਿਸ ਫੇਜ਼ ਪਰਫਾਰਮ ਕਰਦਾ ਹੈ। ਆਈਸੋਲੇਟ ਦਾ ਲੇਬਲ, ਨਿਮੋਨਿਕ ਆਪਕੋਡ ਐਂਡ ਆਪਰੈਂਟ ਫੀਲਡ ਆਫ ਸਟੇਟਮੈਂਟ। ਫॉर एग्जांपल ਤੁਹਾਡੇ ਕੋਲ ਆ ਸਟੇਟਮੈਂਟ ਹੈ, ਇਹਦੇ 'ਚ ਪਹਿਲਾ ਫਸਟ ਆ ਗਿਆ ਲੇਬਲ, ਅਗੇਨ ਮਲਟੀਪਲਾਈ ਤੁਹਾਡਾ ਆ ਗਿਆ ਆਪਕੋਡ, ਫਿਰ BREG ਤੁਹਾਡਾ ਇੱਕ ਰਜਿਸਟਰ ਆ ਗਿਆ ਆਪਰੈਂਟ, फिर टर्म थोड़ा मेमरी ऑपरेंड आ गया। लेबल इज अगेन, ऑपकोड इज मल्टीप्लाई एंड ऑपरेंड आर रजिस्टर B, BREG एंड मेमरी ऑपरेंड थोड़ा आ गया टर्म। ऑल दीज आर सेपरेटेड बाय एनालिसिस फेज। इफ द लेबल इज प्रेजेंट, एंटर द पेयर सिंबल LC कंटेंट इन ए न्यू एंट्री ऑफ सिंबल टेबल। अगेन सिंबल नाल उहदा एड्रैस आ जाऊगा। चेक वैलिडिटी ऑफ निमोनिक ऑपकोड, दैन परफॉर्म LC प्रोसेसिंग। इंफॉर्मेशन प्रोसेस्ड इन सिंथेसिस एंड एनालिसिस फेज। आ जिहड़ा तुहाडा बन गया सिंथेसिस ਤੇ ਐਨਾਲਿਸਿਸ ਫੇਜ਼ ਦੋਨਾਂ ਦੀ ਹੈਗੀ, ਉਹਦੇ 'ਚ ਕਿਵੇਂ ਇਨਫੋਰਮੇਸ਼ਨ ਦੀ ਪ੍ਰੋਸੈਸਿੰਗ ਹੁੰਦੀ ਹੈ। ਐਨਾਲਿਸਿਸ ਫੇਜ਼ ਦੇਖੋ, ਐਨਾਲਿਸਿਸ ਫੇਜ਼ ਨੇ ਕੀ ਕਰਨਾ? ਨਿਮੋਨਿਕ ਟੇਬਲ ਬਣਾਉਣਾ ਹੈ ਤੇ ਸਿੰਬਲ ਟੇਬਲ ਜਨਰੇਟ ਕਰਨਾ ਹੈ। ਉਹਦੇ ਅਕੋਰਡਿੰਗਲੀ ਸਿੰਥੇਸਿਸ ਫੇਜ਼ ਜਿਹੜਾ ਹੈਗਾ ਤੁਹਾਨੂੰ ਟਾਰਗੇਟ ਪ੍ਰੋਗਰਾਮ ਜਨਰੇਟ ਕਰਕੇ ਦੇਊਗਾ। ਨੈਕਸਟ ਆ ਗਿਆ ਜੀ ਤੁਹਾਡਾ ਸਿੰਥੇਸਿਸ ਫੇਜ਼। ਮੇਨ ਪਰਪਸ ਆਫ ਸਿੰਥੇਸਿਸ ਫੇਜ਼ ਇਜ਼ ਟੂ ਜਨਰੇਟ ਦਾ ਮਸ਼ੀਨ ਕੋਡ ਫॉर ਅਸੈਂਬਲੀ ਪ੍ਰੋਗਰਾਮ। ਇਹਨੇ ਮਸ਼ੀਨ ਕੋਡ ਤੁਹਾਨੂੰ ਜਨਰੇਟ ਕਰਕੇ ਦੇਣਾ ਹੈ। ਇਨ ਆਰਡਰ ਟੂ ਜਨਰੇਟ ਆਬਜੈਕਟ ਕੋਡ ਜਨਰੇਟ ਕਰਨ ਲਈ ਇਹਨੂੰ ਕਿਹੜੇ ਡਾਟਾ ਸਟਰਕਚਰ ਚਾਹੀਦੇ ਆ? ਸਿੰਬਲ ਟੇਬਲ, ਲਿਟਰਲ ਟੇਬਲ ਐਂਡ ਨਿਮੋਨਿਕ ਟੇਬਲ। Synthesis phase obtain machine address of different symbol used in the program from symbol table that is generated by analysis phase। Address of literals ਕਿੱਥੋਂ ਲੈਣੇ ਉਹਨੇ? ਲਿਟਰਲ ਟੇਬਲ ਚੋਂ।
ऑप कोड ऑफ निमोनिक obtained from mnemonic table. For example, अपने को एक statement है read n. Machine opcode for mnemonic read is obtained from mnemonic table and address of symbol table n is obtained from symbol table. Based on above discussion, we consider that use of two data structures during synthesis phase. The synthesis phase ने main किहड़े data structure use करने हैं symbol table ते mnemonic table. Symbol table, each entry in the symbol table has two primary field, name and address. This table is built by analysis phase. Then second is mnemonic table. An entry in the mnemonic table has two primary field, mnemonic and opcode. Next आ गया जी main किहड़े task ਜਿਹੜਾ synthesis phase perform करता है. Obtain machine opcode through lookup in the mnemonic table. Obtain address of memory operand from the symbol table. Obtain memory location of literals and synthesize the machine instruction. Next आ गया जी data structure used by assembler. ਹੁਣ assembler ਕਿਹੜੇ data structure use करता है. सब तो पहला आ गया LC location counter is used to keep track of each instruction address. Machine operation table MOT, it contains a field. ਕਿਹੜੇ field ਇਹਦੇ ਵਿੱਚ ਹੁੰਦੇ ਆ mnemonic opcode, class and mnemonic information. pseudo operation table POT ਜਿਹਨੂੰ ਕਹਿੰਦੇ ਆ, it contains field mnemonic opcode, class and mnemonic information. Symbol table to store each label and its value. Literal table to store each literal and its location. And literal pool table ਇਹਦੇ ਵਿੱਚ ਕੀ ਹੁੰਦਾ, ਜਿੰਨੇ ਵੀ ਪਹਿਲਾਂ literal table ਬਣ ਗਏ ਉਹਨਾਂ ਸਾਰਿਆਂ ਨੂੰ ਆਪਾਂ ਇਕੱਠਾ ਕਰ ਦਿੰਦੇ ਆ ਤੇ ਆਪਾਂ literal ਦਾ pool. ਹਾਂਜੀ, ਇਹ ਪ੍ਰੋਗਰਾਮ ਮੈਂ ਤੁਹਾਨੂੰ ਇਸ ਲਈ ਸ਼ੋ ਕੀਤਾ ਹੋਇਆ ਕਿ ਜਿੰਨੇ ਵੀ ਡਾਟਾ ਸਟਰਕਚਰ ਆਪਾਂ ਯੂਜ਼ ਕਰਾਂਗੇ, ਆਪਾਂ ਇਸ ਪ੍ਰੋਗਰਾਮ ਦੇ ਬੇਸ ਤੇ ਮੈਂ ਡਾਟਾ ਸਟਰਕਚਰਸ ਬਣਾਏ ਆ. ਸਿੰਬਲ ਟੇਬਲ ਬਣਾਇਆ ਤਾਂ ਮੈਂ ਇਹਦੇ ਚੋਂ ਹੀ ਸਿੰਬਲਸ ਲਏ ਆ. ਲਿਟਰਲਸ ਦਾ ਵੀ ਮੈਂ ਇਸ ਚੋਂ ਲਿਟਰਲਸ ਜਿਹੜੇ ਹੈਗੇ ਆ, ਜਿਵੇਂ ਇਹਦੇ ਚ 5 1 ਆ 2 ਲਿਟਰਲ ਹੈ, ਇੱਕ ਲਿਟਰਲ ਟੇਬਲ ਚ ਆ ਜਾਣਗੇ. ਉਸ ਤੋਂ ਬਾਅਦ ਇੱਕ ਹੋਰ 1 ਨੀਚੇ ਯੂਜ਼ ਹੋ ਰਿਹਾ ਸਟੇਟਮੈਂਟ ਨੰਬਰ 25 ਤੇ, ਇਹ ਵੀ ਤੁਹਾਡਾ ਲਿਟਰਲ ਹੈ. ਤਾਂ ਇਹਨਾਂ ਦੋਨਾਂ ਨੂੰ ਯੂਜ਼ ਕਰਕੇ ਆਪਾਂ ਲਿਟਰਲ ਪੂਲ ਬਣਾ ਲਾਂਗੇ. ਤਾਂ ਮੀਨਸ ਕਿ ਇਹ ਪ੍ਰੋਗਰਾਮ ਦੇ ਵਿੱਚ ਤੁਸੀਂ ਜਿਹੜੀਆਂ ਵੀ ਅੱਗੇ ਮੈਂ ਡਾਟਾ ਸਟਰਕਚਰ ਯੂਜ਼ ਕੀਤੇ ਸਾਰੇ ਮੈਂ ਇਸ ਪ੍ਰੋਗਰਾਮ ਦੇ ਅਕੋਰਡਿੰਗਲੀ ਨੇ. ਫॉर एग्जांपल ਆ ਸਿੰਬਲ ਟੇਬਲ ਆ ਤੁਹਾਡਾ, ਜਿੰਨੇ ਵੀ ਸਿੰਬਲ ਤੁਹਾਡੇ ਉਸ ਪ੍ਰੋਗਰਾਮ ਦੇ ਵਿੱਚ ਯੂਜ਼ ਹੋਇਆ, ਲੂਪ, ਨੈਕਸਟ, ਲਾਸਟ, ਏ, ਬੈਕ, ਬੀ, ਉਹਨਾਂ ਦੇ ਐਡਰੈਸ ਆ ਗਏ, ਉਹਨਾਂ ਦੀ ਲੈਂਥ ਆ ਗਈ. ਉਸ ਤੋਂ ਬਾਅਦ ਲਿਟਰਲ ਟੇਬਲ ਲੇਬਲ ਵਿੱਚ ਤੁਹਾਨੂੰ ਤਾਂ ਪਤਾ ਹੀ ਹੈ ਕਿ ਜਿੰਨੇ ਵੀ ਲਿਟਰਲਸ ਹੁੰਦੇ ਆ, ਲਿਟਰਲ ਆਪਾਂ ਨੂੰ ਪਤਾ ਕਿਵੇਂ ਚੱਲਦੇ ਆ ਕਿ ਕਿਹੜੇ ਲਿਟਰਲਸ ਹੈ, ਉਹ ਜਾਂ ਤਾਂ L2RG ਸਟੇਟਮੈਂਟ ਤੋਂ ਬਾਅਦ ਹੁੰਦੇ ਆ ਜਾਂ ਐਂਡ ਤੋਂ ਬਾਅਦ ਹੁੰਦੇ ਆ. L2RG ਸਟੇਟਮੈਂਟ ਤੋਂ ਬਾਅਦ ਸਾਰੇ ਜਿਹੜੇ ਲਿਟਰਲਸ ਆ ਉਹਨਾਂ ਦਾ ਐਡਰੈਸ ਦਿੱਤਾ ਹੁੰਦਾ ਹੈ. ਜਿਵੇਂ ਤੁਹਾਡਾ ਪ੍ਰੋਗਰਾਮ ਹੈ, ਪ੍ਰੋਗਰਾਮ ਦੇ ਵਿੱਚ 5 ਸੀ ਲਿਟਰਲ, ਤਾਂ ਉਹਦਾ ਐਡਰੈਸ 201 ਹੈ. Y ਦਾ 1 ਹੈਗਾ, ਉਹਦਾ ਐਡਰੈਸ ਜਿਹੜਾ ਹੈਗਾ 212 ਹੈ. ਤਾਂ ਆਪਾਂ ਲਿਟਰਲ ਟੇਬਲ ਦੇ ਵਿੱਚ ਕੀ ਕੀਤਾ, ਲਿਟਰਲਸ ਲਿਖਤੇ ਕਿਹੜੇ ਲਿਟਰਲਸ ਆ ਔਰ ਉਹਨਾਂ ਦੇ ਐਡਰੈਸਿਸ ਲਿਖਤੇ. ਉਸ ਤੋਂ ਬਾਅਦ ਆ ਗਿਆ ਮਸ਼ੀਨ ਆਪਰੇਸ਼ਨ ਟੇਬਲ, ਜਿਹੜੇ ਨਿਮੋਨਿਕਸ ਯੂਜ਼ ਹੋ ਰਿਹਾ, ਆਪਰੇਸ਼ਨ ਯੂਜ਼ ਆਪਕੋਡਸ ਯੂਜ਼ ਹੋ ਰਿਹਾ, ਉਹ ਤੁਹਾਡੇ ਆਪਰੇਸ਼ਨ ਟੇਬਲ 'ਚ ਆ ਜਾਣਗੇ. ਜਿਵੇਂ ਐਡ, ਸਬਟਰੈਕਟ, ਮਲਟੀਪਲਾਈ, ਉਹਨਾਂ ਦੇ ਆਪਕੋਡਸ ਆ ਗਏ, ਉਹਨਾਂ ਦੀ ਲੈਂਥ. ਉਸ ਤੋਂ ਬਾਅਦ ਆ ਗਿਆ ਜੀ ਤੁਹਾਡਾ ਆਪਰੇਸ਼ਨ ਟੇਬਲ, ਜਾਂ ਇਹਨੂੰ ਪੌਟ ਕਹਿ ਦਿੰਦੇ. ਆਪਰੇਸ਼ਨ ਕੋਡ ਟੇਬਲ ਇਜ਼ ਆਲਸੋ ਸਟੈਟਿਕ ਟੇਬਲ. ਇਟ ਕੰਟੇਨਸ ਨਿਮੋਨਿਕ ਆਪਕੋਡ, ਕਲਾਸ ਐਂਡ ਨਿਮੋਨਿਕ ਇਨਫੋਰਮੇਸ਼ਨ. ਨਿਮੋਨਿਕਸ ਜਿਹੜੇ ਯੂਜ਼ ਹੋਏ, ਮੂਵਰ, ਡੀਐਸ, ਸਟਾਰਟ, ਉਹਨਾਂ ਦੀ ਕਲਾਸ ਕੀ ਹੈ, ਇੰਪਰੇਟਿਵ ਸਟੇਟਮੈਂਟ ਹੈ, ਡੈਕਲੇਟਿਵ ਸਟੇਟਮੈਂਟ ਹੈ, ਕਿ AD ਅਸੈਂਬਲਰ ਡਾਇਰੈਕਟਿਵ ਹੈਗੇ. ਉਸ ਤੋਂ ਬਾਅਦ ਆ ਗਿਆ ਤੁਹਾਡਾ ਲੋਕੇਸ਼ਨ ਕਾਊਂਟਰ. ਇਟ ਕੀਪ ਟਰੈਕ ਆਫ ਈਚ ਇੰਸਟਰਕਸ਼ਨ ਲੋਕੇਸ਼ਨ. ਇਟ ਇਜ਼ ਯੂਜ਼ ਟੂ ਪਰਫਾਰਮ ਮੈਮਰੀ ਐਲੋਕੇਸ਼ਨ. ਜਿਵੇਂ ਆਪਾਂ ਲਿਖਿਆ ਸਟਾਰਟ 200 ਤੇ ਇਹਦਾ ਮਤਲਬ LC ਦੀ ਵੈਲਿਊ ਤੁਹਾਡੀ ਹੈਗੀ ਆ 200. ਉਸ ਤੋਂ ਬਾਅਦ ਆ ਗਿਆ ਜੇ ਪੂਲ ਟੇਬਲ. ਤੁਹਾਨੂੰ ਮੈਂ ਦੱਸ ਦਿੱਤਾ ਪਿੱਛੇ ਪੂਲ ਟੇਬਲ ਕੀ ਹੁੰਦਾ, ਜਿੰਨੇ ਨੰਬਰ ਆਫ ਲਿਟਰਲ ਟੇਬਲ ਬਣੇ ਆ ਉਹਨਾਂ ਸਾਰਿਆਂ ਨੂੰ ਆਪਾਂ ਇਕੱਠਾ ਕਰਦੇ ਹਾਂ ਤਾਂ ਪੂਲ ਟੇਬਲ ਬਣ ਜਾਂਦਾ. ਜਿਵੇਂ ਆ ਤੁਹਾਡੇ ਲਿਟਰਲਸ ਹੈ, ਪਹਿਲਾਂ 5 ਤੇ 1 ਸੀ ਇੱਕ ਪੂਲ 'ਚ, ਉਸ ਤੋਂ ਦੂਸਰੇ ਵਿੱਚ ਦੂਸਰਾ ਲਿਟਰਲ ਆ ਗਿਆ, ਤੁਹਾਡਾ ਦੂਸਰਾ ਲਿਟਰਲ ਟੇਬਲ ਆ ਗਿਆ 1. ਤਾਂ ਹੁਣ ਇਹਨਾਂ ਤੋਂ ਸਾਰਿਆਂ ਤੋਂ ਆਪਾਂ ਜਿਹੜਾ ਹੈਗਾ ਪੂਲ ਟੇਬਲ ਬਣਾਵਾਂਗੇ. ਜਿਵੇਂ ਫਸਟ 1 ਤੋਂ ਸਟਾਰਟ ਹੋ ਰਿਹਾ, 2 ਲਿਟਰਲਸ ਨੇ. ਉਸ ਤੋਂ ਬਾਅਦ ਸੈਕਿੰਡ ਜਿਹੜਾ ਹੈਗਾ 3rd ਤੋਂ ਸਟਾਰਟ ਹੋ ਰਿਹਾ ਔਰ ਉਹਦੇ 'ਚ ਕਿੰਨੇ ਲਿਟਰਲ 1 ਹੈ. ਤਾਂ ਇਹ ਤੁਹਾਡਾ ਬਣ ਗਿਆ ਪੂਲ ਟੇਬਲ. ਉਸ ਤੋਂ ਬਾਅਦ ਆ ਗਈ ਜੀ ਐਡਵਾਂਸ ਅਸੈਂਬਲਰ ਡਾਇਰੈਕਟਿਵਸ. ਫਸਟ ਆ ਗਿਆ ਜੀ ਤੁਹਾਡਾ origin. This assembler directive is used to set the value of location counter to a particular address. Syntax ਕੀ ਹੈ origin ਦਾ, origin address specification. Address specification ਜਿਹੜੀ ਹੈਗੀ ਆ, it can be either operand specification ਵੀ ਹੋ ਸਕਦੀ ਹੈ, constant ਵੀ ਹੋ ਸਕਦੀ ਹੈ. ਜਿਵੇਂ ਆਪਾਂ ਲਿਖਿਆ origin loop. origin loop ਹੈ ਤਾਂ ਇਹਦਾ ਮਤਲਬ ਹੈ ਕਿ ਇਹ operand specification. ਜੇ ਆਪਾਂ ਲਿਖਿਆ origin 200, it means ਕੀ ਹੈ ਇਹ constant contain ਕਰ ਰਹੀ ਹੈ. origin loop plus 2 ਇਹਦਾ ਮਤਲਬ ਕੀ ਹੈ ਤੁਹਾਡੀ it sets the value of LC to 204. ਕਿਉਂਕਿ ਤੁਹਾਡਾ ਲੂਪ ਜਿਹੜਾ 202 ਤੇ ਸੀਗਾ ਪ੍ਰੋਗਰਾਮ 'ਚ, ਦੇਖੋ ਤੁਸੀਂ ਜਿਹੜਾ ਪ੍ਰੋਗਰਾਮ ਕੀਤਾ ਆਪਾਂ ਮੈਂ ਸਾਰੇ ਉਹ ਚੀਜ਼ਾਂ ਉਹਦੇ 'ਚ ਲੈ ਰਹੀ ਹਾਂ. ਤੁਹਾਡਾ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਲੂਪ ਦੇ ਅੱਗੇ ਐਡਰੈਸ ਹੈਗਾ 202, ਤਾਂ ਆਪਾਂ ਲੂਪ plus 2 ਲਿਖਿਆ ਤਾਂ ਇਹਦਾ ਮਤਲਬ ਇਹ ਕੀ ਕਰੂਗਾ, it sets the value LC to 204. ਉਸ ਤੋਂ ਬਾਅਦ ਨੈਕਸਟ ਆ ਗਿਆ ਤੁਹਾਡਾ EQU. EQU statement define the symbol to represent the address. Syntax ਕੀ ਹੈ EQU ਦਾ, symbol
EQU then address specification ਜਿਵੇਂ ਆਪਾਂ ਲਿਖਿਆ back ਤੁਹਾਡਾ ਸਿੰਬਲ ਆ ਗਿਆ EQU ਤੁਹਾਡੀ ਸਟੇਟਮੈਂਟ ਆਪਣਾ ਅਸੈਂਬਲਰ ਡਾਇਰੈਕਟਿਵ ਹੈ ਲੂਪ ਤੁਹਾਡਾ ਜਿਹੜਾ ਉਹ ਐਡਰੈਸ ਸਪੈਸੀਫਿਕੇਸ਼ਨ ਹੈ it introduces the symbol back to represent the operand loop EQU on encountering the statement back EQU loop the assembler associate the symbol back with address of loop that is with 202 Next आ गई थोड़ी L2RG. The L2RG directive stands for original for literals allow a programmer to specify where literal should be placed. L2RG ने ਤੁਹਾਨੂੰ ਦੱਸਣਾ ਵੀ ਕਿੱਥੇ ਕਿੱਥੇ ਤੁਹਾਡੇ literals place ਹੋਏ ਆ. If a program does not use L2RG statement, the assembler would enter all the literals used in the program to a single pool. ਜੇ L2RG statement ਨਹੀਂ ਹੋਊਗੇ ਤਾਂ ਸਾਰੇ literals ਇੱਕੋ pool 'ਚ ਚਲੇ ਜਾਣਗੇ and ਉਹਨਾਂ ਨੂੰ memory ਕਦੋਂ allocate ਹੋਊਗੀ end statement ਤੋਂ ਬਾਅਦ. ਹੁਣ ਤੁਹਾਡਾ ਜਿਹੜੇ ਤੁਹਾਨੂੰ ਮੈਂ ਤੁਹਾਨੂੰ ਅਸੈਂਬਲਰ ਡਾਇਰੈਕਟਿਵਸ ਐਡਵਾਂਸ ਅਸੈਂਬਲਰ ਡਾਇਰੈਕਟਿਵ ਦੱਸਿਆ origin EQU ਤੇ L2RG ਉਹਦੇ 'ਚ ਆ ਪ੍ਰੋਗਰਾਮ ਦੇ ਅਕੋਰਡਿੰਗਲੀ ਐਗਜ਼ਾਮਪਲ ਦੇਖ ਲਓ ਸਭ ਤੋਂ ਪਹਿਲਾਂ ਹੈਗਾ origin ਸਟੇਟਮੈਂਟ ਨੰਬਰ 18 'ਚ ਦੇਖੋ ਸਟੇਟਮੈਂਟ ਨੰਬਰ 18 'ਚ ਆਪਾਂ ਲਿਖਿਆ origin loop plus 2 Statement number 18 of the program original loop plus 2 puts the address 204 in the location counter because symbol loop ਜਿਹੜਾ ਹੈਗਾ ਉਹਦਾ ਐਡਰੈਸ ਕੀ ਹੈ 202 ਇਸ ਕਰਕੇ ਜਿਹੜੀ ਨੈਕਸਟ ਸਟੇਟਮੈਂਟ ਆਊਗੀ ਤੁਹਾਡੀ multiply CREG B is therefore given the address ਇਸ ਕਰਕੇ ਜਿਹੜੀ ਨੈਕਸਟ ਸਟੇਟਮੈਂਟ ਆ ਉਹਦਾ ਐਡਰੈਸ ਕੀ ਹੋਊਗਾ 204 ਉਸ ਤੋਂ ਬਾਅਦ EQU ਦੇਖ ਲਓ ਜਦੋਂ ਆਪਾਂ EQU ਦੇਖੀ on encountering the statement back EQU loop the assembler associate the symbol back with the address of loop that is with 202 ਉਹਨੇ back ਆਪਾਂ ਕਿਹਾ EQU ਨੇ ਕੀ ਕਰਨਾ ਹੈ ਜਿੱਥੋਂ ਤੁਹਾਡਾ ਲੂਪ ਸਟਾਰਟ ਹੋਇਆ ਸੀ 202 ਤੋਂ ਉੱਥੇ ਚਲਾ ਜਾਣਾ ਉਸ ਤੋਂ ਬਾਅਦ L2RG ਇਹਦੇ ਚ ਲਿਟਰਲ ਆ ਗਏ 5 ਤੇ 1 ਆਪਾਂ ਇਹਨਾਂ ਨੂੰ ਲਿਟਰਲ ਪੂਲ ਚ ਐਡ ਕਰਨਾ ਹੈ ਸਟੇਟਮੈਂਟ 2 ਤੇ 6 ਦੇਖੋ ਤੁਹਾਡੇ ਦੋਨੋਂ ਲਿਟਰਲਸ ਪਏ ਨੇ ਤੇ ਫਸਟ L2RG ਸਟੇਟਮੈਂਟ ਆਈ ਉਹਨੇ ਕੀ ਕੀਤੇ ਐਡਰੈਸ ਐਲੋਕੇਟ ਕਰਤੇ 5 ਨੂੰ ਦਿੱਤਾ ਤੁਹਾਡਾ ਐਡਰੈਸ 211 ਤੇ 1 ਨੂੰ ਦਿੱਤਾ ਤੁਹਾਡਾ 212 then is pass structure of assembler First is single pass assembler. A single pass assembler requires one scan of source program to generate machine code. In one pass, forward reference problem occurs. ਕੀ ਹੁੰਦੀ ਹੈ forward reference problem when the variable are used before their definition. ਆਪਾਂ ਉਹਨੂੰ define ਨਹੀਂ ਕੀਤਾ ਪਰ ਆਪਾਂ use ਪਹਿਲਾਂ ਕਰ ਲਿਆ ਤਾਂ forward reference ਦੀ problem ਜਿਹੜੀ ਤੁਹਾਡੀ ਆ ਜਾਂਦੀ ਹੈ ਹਾਂਜੀ ਇਹ ਪ੍ਰੋਗਰਾਮ ਤੁਹਾਡਾ ਸ਼ੋ ਕਰ ਰਿਹਾ forward reference ਦੀ problem ਨੂੰ ਇਹਦੇ ਚ 3 variables ਹੈ ਦੇਖੋ 5 4 temp ਇਹ ਤਿੰਨੋਂ ਇੱਥੇ use ਕਰ ਲਏ ਪਰ ਇਹਨਾਂ ਨੂੰ ਡਿਫਾਈਨ ਨਹੀਂ ਕੀਤਾ ਸੀ ਡਿਫਾਈਨ ਦੇਖੋ ਆਪਾਂ ਬਾਅਦ ਵਿੱਚ ਕੀਤਾ 4 ਦੀ ਆਪਾਂ ਕੀ ਕੀਤਾ ਡਿਕਲੇਅਰ ਕਨਸਟੈਂਟ 5 ਵੀ ਡਿਕਲੇਅਰ ਕਨਸਟੈਂਟ ਹੈ ਟੈਂਪ ਡਿਕਲੇਅਰ ਸਟੋਰੇਜ ਤੁਹਾਡਾ ਹੁਣ ਇਹਨਾਂ ਆਪਾਂ ਯੂਜ਼ ਪਹਿਲਾਂ ਕਰ ਲਿਆ ਪਰ ਆਪਾਂ ਇਹਨੂੰ ਡਿਕਲੇਅਰ ਬਾਅਦ ਵਿੱਚ ਕੀਤਾ ਤਾਂ ਉਸ ਕਾਰਨ ਜਿਹੜੀ ਹੈਗੀ ਆ ਪ੍ਰੋਬਲਮ ਆਉਂਦੀ ਉਹਨੂੰ ਬੋਲਦੇ ਫਾਰਵਰਡ ਰੈਫਰੈਂਸ ਹਾਂਜੀ ਇਹ ਸੇਮ ਇੱਕ ਹੋਰ ਪ੍ਰੋਗਰਾਮ ਮਿਲ ਲਿਆ ਇਹਦੇ ਵਿੱਚ ਵੀ ਫਾਰਵਰਡ ਰੈਫਰੈਂਸ ਪ੍ਰੋਬਲਮ ਸ਼ੋ ਕੀਤੀ ਹੋਈ ਹੈ ਇਹਦੇ ਵਿੱਚ ਵੀ 3 ਵੇਰੀਏਬਲਸ ਜਿਵੇਂ x 1 ਤੇ 10 x ਦੀ ਹੈਗਾ x ਜਿਹੜਾ ਡਿਕਲੇਅਰ ਕਨਸਟੈਂਟ ਦੀ ਵੈਲਿਊ 5 ਹੈ 1 ਦੀ 1 ਹੈ ਔਰ 10 ਦੀ 10 ਹੈ ਇਹ ਤਿੰਨੋਂ ਵੀ ਵੇਰੀਏਬਲਸ ਜਿਹੜੇ ਹੈਗੇ ਆਪਾਂ ਬਾਅਦ ਵਿੱਚ ਡਿਕਲੇਅਰ ਕੀਤੇ ਆ ਪਰ ਆਪਾਂ ਇਹਨਾਂ ਨੂੰ ਯੂਜ਼ ਪਹਿਲਾਂ ਕਰ ਲਿਆ ਤੇ ਇਹਦੇ 'ਚ ਵੀ ਸੇਮ ਉਹੀ ਫਾਰਵਰਡ ਰੈਫਰੈਂਸ ਦੀ ਪ੍ਰੋਬਲਮ ਤੁਹਾਡੀ ਸ਼ੋ ਹੋਈ ਹੈ ਹੁਣ ਜਿਹੜਾ ਫਾਰਵਰਡ ਰੈਫਰੈਂਸ ਦੀ ਪ੍ਰੋਬਲਮ ਨੂੰ ਆਪਾਂ ਸੋਲਵ ਕਿਵੇਂ ਕਰਨਾ ਹੈ ਆਪਾਂ ਕੀ ਕਰਨਾ ਹੈ ਇਹਦੇ 'ਚ ਜਿਹੜੀ ਫਾਰਵਰਡ ਰੈਫਰੈਂਸ ਦੀ ਪ੍ਰੋਬਲਮ ਸੋਲਵ ਕਰਨ ਲਈ ਆਪਾਂ ਨੇ ਕੋਲ ਮੈਥਡ ਹੈ ਜਿਹਨੂੰ ਬੋਲਦੇ ਆ ਬੈਕ ਪੈਚਿੰਗ The process of forward reference is tackled using a process called backpatching. The operand field of instruction containing forward reference is left blank initially. A table of instruction containing forward reference is maintained separately. एक ਆਪਾਂ separate table ਬਣਾ ਲੈਂਦੇ ਆ ਜਿਹੜੇ ਆ instruction ਚ forward reference ਦੀ problem ਉਹਨਾਂ ਲਈ ਆਪਾਂ ਇੱਕ table ਵੱਖਰਾ ਬਣਾ ਲੈਂਦੇ ਆ ਉਸ table ਨੂੰ ਆਪਾਂ ਕੀ ਕਹਿੰਦੇ ਆ table of incomplete instruction. This table can be used to fill up the address in the incomplete instruction. The address of forward reference symbol is put in the blank field with the help of backpatch. ਹਾਂਜੀ ਆ ਤੁਹਾਡਾ ਪ੍ਰੋਗਰਾਮ ਹੈ ਜਿਹਦੇ 'ਚ ਆਪਾਂ ਨੇ ਫਾਰਵਰਡ ਰੈਫਰੈਂਸ ਦੀ ਪ੍ਰੋਬਲਮ ਆ ਰਹੀ ਸੀ ਉਹਨੂੰ ਸੋਲਵ ਕਰਨ ਲਈ ਆਪਾਂ ਟੇਬਲ ਬਣਾ ਲਿਆ ਉਸ ਟੇਬਲ ਨੂੰ ਕਹਿੰਦੇ ਆ ਟੇਬਲ ਆਫ ਇਨਕੰਪਲੀਟ ਇੰਸਟਰਕਸ਼ਨ ਉਹਦੇ ਵਿੱਚ ਜਿਹੜੀਆਂ ਇੰਸਟਰਕਸ਼ਨ ਦੇ ਵਿੱਚ ਫਾਰਵਰਡ ਰੈਫਰੈਂਸ ਦੀ ਪ੍ਰੋਬਲਮ ਹੈ ਉਹਨਾਂ ਨੂੰ ਆਪਾਂ ਲਿਖ ਲੈਂਦੇ ਹਾਂ ਉਹ ਟੇਬਲ ਆਪਾਂ ਉਸ ਤਰ੍ਹਾਂ ਉਹਨੂੰ ਯੂਜ਼ ਕਰ ਲੈਂਦੇ ਹਾਂ ਵੀ ਕਿਹੜੇ ਐਡਰੈਸ 'ਤੇ ਉਹਨਾਂ ਦਾ ਐਡਰੈਸ ਯੂਜ਼ ਹੋਇਆ ਜਿਵੇਂ ਫਸਟ x ਹੈ ਉਹ 100 ਤੇ ਹੈ ਫਿਰ 101 ਹੈ ਫਿਰ 102 ਉਸ ਤੋਂ ਬਾਅਦ ਆਪਣੇ ਜਦੋਂ ਉਹਨਾਂ ਦੇ ਐਡਰੈਸਿਸ ਡਿਫਾਈਨ ਹੋ ਜਾਣਗੇ ਜਿਵੇਂ 104 ਤੇ x ਫਿਰ 5 ਤੇ ਫਿਰ 6 ਤੇ ਫਿਰ ਆਪਾਂ ਉਹਨਾਂ ਦੇ ਐਡਰੈਸ ਜਿਹੜੇ ਚੇਂਜ ਕਰ ਦੇਵਾਂਗੇ ਉਸ ਤੋਂ ਬਾਅਦ ਆ ਗਿਆ ਜੀ ਸਿੰਟੈਕਸ ਕੀ ਹੈ ਤੁਹਾਡਾ ਟੇਬਲ ਆਫ ਇਨਕੰਪਲੀਟ ਇੰਸਟਰਕਸ਼ਨ ਦਾ ਇੰਸਟਰਕਸ਼ਨ ਐਡਰੈਸ ਦੈਨ symbol by the time end instruction is processed ਜਦੋਂ ਵੀ ਤੁਹਾਡੀ end instruction ਆਈ the symbol table will contain the address of all symbol defined in the source program and table of incomplete instruction would contain information regarding all forward reference ਜਿੰਨੀਆਂ ਵੀ instruction ਚ forward reference ਦੀ ਪ੍ਰੋਬਲਮ ਹੈ ਉਹ ਸਾਰਾ TIA ਟੇਬਲ ਦੇ ਵਿੱਚ ਆ ਜਾਣਗੇ
Then one pass assembler load object code directly in the memory, does not generate an object file नहीं generate करता है. This make it possible for the assembler to go back and complete instruction in the memory at any time during. Next is two pass assembler. The two pass assembler ਕੀ ਕਰਦਾ ਹੈ, input ਜਿਹੜੀ assembly language ਨੂੰ twice ਜਿਹੜਾ ਹੈਗਾ scan ਕਰਦਾ ਹੈ. These scans are normally called pass 1 and pass 2. Pass 1, in pass 1 all symbols used the program are entered to symbol table and all literals are entered to the literal table. Location counter processing is done in pass 1. Pass 2 ने generate करना हैगा ਇਹਦੇ ਤੋਂ target code from using address information from symbol table and literal. Thus pass 1 perform analysis of source program and pass 2 perform synthesis of target program. Two pass assembler can handle forward reference easily. Apart from generating symbol table and literal level, pass 1 also generate intermediate representation of source program. This is called intermediate code, IC. Thus in two pass assembler, pass 1 generates symbol table, literal table and IC, and pass 2 uses all data structure to generate machine. हाँ जी, ये डायग्राम ਤੁਹਾਨੂੰ ਸ਼ੋ ਕਰ ਰਹੀ ਹੈ. ਦੇਖੋ ਸੋਰਸ ਪ੍ਰੋਗਰਾਮ ਆਇਆ, ਪਾਸ 1 ਨੇ ਡਾਟਾ ਸਟਰਕਚਰਸ ਕ੍ਰੀਏਟ ਕੀਤੇ ਤੇ ਇੰਟਰਮੀਡੀਏਟ ਕੋਡ ਜਨਰੇਟ ਕੀਤਾ. ਉਸ ਤੋਂ ਬਾਅਦ ਇਹਨੂੰ ਪਾਸ 2 ਨੇ ਇਹਨਾਂ ਸਾਰੇ ਡਾਟਾ ਸਟਰਕਚਰ ਦੇ ਇੰਟਰਮੀਡੀਏਟ ਕੋਡ ਨੂੰ ਯੂਜ਼ ਕਰਕੇ ਟਾਰਗੇਟ ਪ੍ਰੋਗਰਾਮ ਤੁਹਾਨੂੰ ਜਨਰੇਟ ਕਰਕੇ ਦੇਤਾ. ਟਾਸਕ ਪਰਫਾਰਮਡ ਬਾਈ ਪਾਸ ਅਸੈਂਬਲਰ, ਪਾਸ 1 ਤੇ ਪਾਸ 2 ਦੇ ਦੋਨੋਂ ਦੇ ਟਾਸਕ ਵੱਖਰੇ ਵੱਖਰੇ ਲਿਖੇ ਹੋਏ ਆ. ਸੈਪਰੇਟ ਦਾ ਸਿੰਬਲ ਟੇਬਲ, mnemonic opcode and operand field, build the symbol table and literal table, perform LC processing, construct intermediate representation. Pass 2 ने की करना है, synthesize the target program, evaluate field and generate code, process pseudo op. आप पास 1 ਜਿਹੜਾ ਹੈਗਾ ਸਾਰੇ ਡਾਟਾ ਸਟਰਕਚਰਸ ਜਿਹੜੇ ਹੈਗੇ ਯੂਜ਼ ਕਰ ਰਹੇ ਆ. ਡਾਟਾ ਸਟਰਕਚਰਸ ਇਹਦੇ ਚ ਆ ਗਏ ਸਾਰੇ, ਆਪਾਂ ਜਿਹੜੇ ਪਿੱਛੇ ਪੜ੍ਹ ਲਏ. LC, ਲੋਕੇਸ਼ਨ ਕਾਊਂਟਰ, ਆਪਰੇਸ਼ਨ ਟੇਬਲ, opcode table, intermediate symbol table, literal table, pool table. pass 2 ਨੂੰ ਆਪਾਂ ਸਾਰੇ ਪਾਸ ਕੀਤੇ ਤੇ pass 2 ਨੇ ਆਪਾਂ ਨੂੰ object program ਜਿਹੜਾ ਹੈਗਾ ਇਹ data structure use ਕਰਕੇ ਆਪਾਂ ਨੂੰ generate ਕਰਕੇ. Then design of two pass assembler. Two pass assembler scan the assembly language program twice. These two scan patterns are called pass 1 and pass 2. The following slides cover detailed implementation of both the. ਹਾਂਜੀ, ਜੋ ਵੀ ਆਪਾਂ ਪਾਸ 1 ਐਂਡ ਪਾਸ 2 ਅਸੈਂਬਲਰ ਦੀ ਡਿਟੇਲ ਇੰਪਲੀਮੈਂਟੇਸ਼ਨ ਕਰ ਰਹੇ ਹਾਂ ਉਹ ਆਪਾਂ ਇਸ ਪ੍ਰੋਗਰਾਮ ਦੇ ਅਕੋਰਡਿੰਗਲੀ ਕਰਾਂਗੇ. ਤਾਂ ਤੁਹਾਨੂੰ ਇਹ ਪ੍ਰੋਗਰਾਮ ਬੜਾ ਹੈਗਾ ਕਲੀਅਰ ਹੋਣਾ ਚਾਹੀਦਾ ਹੈ. ਇਸ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਦੇਖ ਲਓ, ਚਾਹੇ ਤੁਸੀਂ ਇਹਨੂੰ ਨੋਟ ਡਾਊਨ ਕਰ ਲਓ ਇੱਕ ਕਾਪੀ ਤੇ ਸਾਈਡ ਤੇ. ਤਾਂ ਇਸ ਪ੍ਰੋਗਰਾਮ ਦੇ ਅਕੋਰਡਿੰਗਲੀ ਆਪਾਂ ਚੱਲਾਂਗੇ. ਇਸ ਪ੍ਰੋਗਰਾਮ 'ਚ ਜੋ ਵੀ ਕਮਾਂਡਸ ਯੂਜ਼ ਹੋਈਆਂ ਤਾਂ ਉਹਦੇ ਅਕੋਰਡਿੰਗਲੀ ਜਿੰਨੇ ਵੀ ਡਾਟਾ ਸਟਰਕਚਰ ਕ੍ਰੀਏਟ ਹੁੰਦੇ ਆ ਉਹ ਸਾਰੇ ਆਪਾਂ ਇਸ ਪ੍ਰੋਗਰਾਮ ਦੇ ਅਕੋਰਡਿੰਗਲੀ ਕਰ ਰਹੇ ਹਾਂ. 18 ਸਟੇਟਮੈਂਟ ਇੱਥੇ ਦਿਖ ਰਹੇ ਸਲਾਈਡ ਤੇ, ਬਾਕੀ ਸਟੇਟਮੈਂਟ ਹੈ 27 ਸਟੇਟਮੈਂਟ ਦਾ ਇਹ ਪ੍ਰੋਗਰਾਮ ਹੈ. ਤਾਂ ਆਪਾਂ ਇਸ ਪ੍ਰੋਗਰਾਮ ਦੇ ਅਕੋਰਡਿੰਗਲੀ ਜਿਹੜਾ ਹੈਗਾ ਡਿਜ਼ਾਈਨਿੰਗ ਕਰਦੇ ਹਾਂ. ਫਸਟ ਆ ਗਿਆ ਤੁਹਾਡਾ ਪਾਸ 1 ਆਫ ਅਸੈਂਬਲਰ. The main purpose of pass 1 assembler is to assign a location to each instruction. ਹਰੇਕ ਜਿਹੜੀ instruction ਉਹਨੂੰ ਲੋਕੇਸ਼ਨ ਪ੍ਰੋਵਾਈਡ ਕਰਨੀ ਹੈ. ਸਭ ਤੋਂ ਪਹਿਲਾਂ ਪਾਸ 1 ਨੇ ਕਿਵੇਂ ਕਰਨੀ ਹੈ, to build symbol table, literal table and generate IC. ਇਹ ਚੀਜ਼ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਕਿ ਜਿਹੜਾ ਪਾਸ 1 ਹੈ ਤੁਹਾਡਾ ਸਿੰਬਲ ਟੇਬਲ ਜਨਰੇਟ ਕਰਦਾ ਹੈ, ਲਿਟਰਲ ਟੇਬਲ ਜਨਰੇਟ ਕਰਦਾ ਹੈ ਤੇ IC ਇੰਟਰਮੀਡੀਏਟ ਕੋਡ ਜਨਰੇਟ ਕਰਦਾ ਹੈ. ਇਨੀਸ਼ੀਅਲੀ LC is set to first location. ਫਸਟ ਲੋਕੇਸ਼ਨ ਤੇ ਆਪਾਂ LC ਦੀ ਵੈਲਿਊ ਨੂੰ ਸੈੱਟ ਕਰ ਦਾਂਗੇ. ਦੈਨ ਇਹ ਸੋਰਸ ਸਟੇਟਮੈਂਟ ਇਜ਼ ਰੀਡ. ਤਾਂ ਜਿਹੜੀਆਂ 1 by 1 ਸਟੇਟਮੈਂਟ ਜਿਵੇਂ ਰੀਡ ਹੋਣਗੀਆਂ ਤਾਂ ਜਿਹੜੀ LC ਦੀ ਵੈਲਿਊ ਅਪਡੇਟ ਹੋਈ ਜਾਊਗੀ. ਪ੍ਰੋਸੈਸਿੰਗ ਆਫ ਐਨ ਅਸੈਂਬਲੀ ਸਟੇਟਮੈਂਟ ਬਿਗਨ ਵਿਦ ਪ੍ਰੋਸੈਸਿੰਗ ਆਫ ਇਟਸ ਲੇਬਲ ਫੀਲਡ. ਅਸੈਂਬਲੀ ਸਟੇਟਮੈਂਟ ਦੀ ਪ੍ਰੋਸੈਸਿੰਗ ਇੱਥੋਂ ਸਟਾਰਟ ਹੁੰਦੀ ਹੈ ਲੇਬਲ ਫੀਲਡ ਤੋਂ. ਇਫ ਇਟ ਕੰਟੇਨਸ ਅ ਸਿੰਬਲ, ਅਗਰ ਸਿੰਬਲ ਆ ਗਿਆ ਤੁਹਾਡੇ ਕੋਲ ਤਾਂ ਆਪਾਂ ਸਿੰਬਲ ਐਂਡ ਵੈਲਿਊ ਇਨ LC is copied into new entry of symbol table ਦੇ ਵਿੱਚ ਆਪਾਂ ਉਹਦੀ ਐਂਟਰੀ ਕਰ ਦੇਣੀ ਹੈ. The operation code field of statement is then examined to determine what kind of statement. ਆਪਾਂ ਚੈੱਕ ਕਰਨਾ ਕਿ ਇਹ ਕਿੱਦਾਂ ਦੀ ਸਟੇਟਮੈਂਟ ਹੈ. Then operation table is searched to find a match for source statements of code field. The class field of an entry is checked to determine whether the mnemonic belongs to class. ਕਿ ਤੁਹਾਡੀ ਕਿਹੜੀ ਕਲਾਸ ਨਾਲ ਬਿਲੋਂਗ ਕਰ ਰਿਹਾ ਤੁਹਾਡਾ mnemonic, imperative class ਹੈ, declarative class ਹੈ ਜਾਂ assembler directive statement. In case of imperative statement, ਅਗਰ ਤੁਹਾਡੀ imperative statement ਹੈ ਤਾਂ length ਜਿਹੜੀ ਹੈਗੀ length of machine instruction is added to LC ਦੇ ਵਿੱਚ ਐਡ ਹੋ ਜਾਏਗੀ. Length is also entered in symbol table ਦੇ ਵਿੱਚ length enter ਹੋਈ ਹੁੰਦੀ ਹੈ. ਪਿੱਛੇ ਆਪਾਂ symbol table ਪੜ੍ਹ ਚੁੱਕੇ ਹਾਂ. Length is also entered in symbol table entry of the symbol defined in the statement. For declaration, ਅਗਰ ਤੁਹਾਡੀ declaration ਜਾਂ assembler directive statement ਹੈ, the routine mentioned in the mnemonic information field is called to perform appropriate processing of statement and the value of LC is updated accordingly. ਤਾਂ ਫਿਰ ਉਸ ਦੇ ਅਕੋਰਡਿੰਗਲੀ ਤੁਹਾਡੀ LC ਦੀ ਵੈਲਿਊ ਜਿਹੜੀ ਹੈਗੀ ਆ ਹੋ ਜੂਗੀ. The operation field of instruction is scanned for the presence of literal.
ਫਿਰ ਆਪਕੋਡ ਫੀਲਡ ਜਿਹੜਾ ਹੈਗਾ ਇੰਸਟਰਕਸ਼ਨ ਦਾ ਉਹਨੂੰ ਸਕੈਨ ਕੀਤਾ ਜਾਊਗਾ ਚੈੱਕ ਕਰਨ ਲਈ ਕਿ ਲਿਟਰਲਸ ਹੈਗੇ ਆ। ਇਫ ਏ ਨਿਊ ਲਿਟਰਲ ਇਜ਼ ਫਾਊਂਡ, ਜੇ ਅਗਰ ਆਪਾਂ ਜਿੱਥੇ ਵੀ ਨਿਊ ਲਿਟਰਲ ਮਿਲ ਜਾਂਦਾ ਤਾਂ ਆਪਾਂ ਉਹਨੂੰ ਐਂਟਰ ਕਰ ਦਾਂਗੇ ਲਿਟਰਲ ਟੇਬਲ ਦੇ ਵਿੱਚ। The awareness of different literal pools is maintained with the help of tables। ਜੇ ਆਪਣੇ literal pool ਬਹੁਤ ਸਾਰੇ ਆ ਜਾਂਦੇ ਆ ਤਾਂ ਆਪਾਂ ਉਹਨਾਂ ਨੂੰ pool table ਵਿੱਚ insert ਕਰ ਦਿੰਦੇ ਆ। when I2RG ਜਾਂ ਜਦੋਂ L2RG ਜਾਂ end statement ਆ ਜਾਂਦੀ ਹੈ ਤਾਂ all the literals in the current literal pool are allocated address, ਉੱਥੇ ਜਿਹੜਾ L2RG statement ਹੈ ਉਹਨਾਂ ਨੂੰ address provide ਕਰ ਦਿੰਦੀ ਹੈ starting with current value in the LC and also L, ਤੇ ਉਸ ਦੇ accordingly LC ਦੀ value ਜਿਹੜੀ ਹੈ increment ਹੋ ਜਾਂਦੀ ਹੈ। ਜਦੋਂ end statement ਤੁਹਾਡੀ encounter ਆ ਗਈ ਤਾਂ ਇਹਦਾ ਮਤਲਬ pass 1 ਤੁਹਾਡਾ terminate ਹੋ ਗਿਆ, pass 1 ਤੁਹਾਡਾ ਖਤਮ ਹੋ ਗਿਆ। example ਆਪਾਂ ਲੈਣੀ ਹੈ pass 1 ਦੀ, ਤਾਂ ਐਗਜ਼ਾਮਪਲ ਦੇ ਵਿੱਚ ਆਪਾਂ ਸਾਰੇ ਟੇਬਲਸ ਜਿਹੜੇ ਬਣਾਵਾਂਗੇ। ਜਿਹੜਾ ਪ੍ਰੋਗਰਾਮ ਮੈਂ ਪਿੱਛੇ ਦਿਖਾਇਆ ਸੀ ਤੁਹਾਨੂੰ ਉਸ ਪ੍ਰੋਗਰਾਮ ਦੇ ਅਕੋਰਡਿੰਗਲੀ ਆਪਾਂ ਸਿੰਬਲ ਟੇਬਲ, ਲਿਟਰਲ ਟੇਬਲ, ਪੂਲ ਟੇਬਲ ਤੇ ਆਪਰੇਸ਼ਨ ਟੇਬਲ ਜਿਹੜੇ ਹੈਗੇ ਆਪਾਂ ਯੂਜ਼ ਕਰਾਂਗੇ। ਉਹਨਾਂ ਦੇ ਡਾਟਾ ਸਟਰਕਚਰਸ ਦੇਖਾਂਗੇ ਟੇਬਲ ਕਿਵੇਂ ਬਣਾਉਣੇ ਆ। ਆਹ ਹੋਗਾ ਤੁਹਾਡਾ ਆਪਰੇਸ਼ਨ ਟੇਬਲ। ਇਹਦੇ ਵਿੱਚ ਸਾਰੇ ਤੁਹਾਡੇ ਨਿਮੋਨਿਕ ਆਪਕੋਡਸ ਆ ਗਏ। ਉਹਦੀ ਕਲਾਸ ਹੈ ਕਿ ਇੰਪੇਰੇਟਿਵ ਸਟੇਟਮੈਂਟ ਹੈ ਕਿ ਅਸੈਂਬਲਰ ਡਾਇਰੈਕਟਿਵ ਹੈ ਕਿ ਡੈਕਲੇਰੇਟਿਵ ਸਟੇਟਮੈਂਟ ਹੈ। ਉਸ ਤੋਂ ਬਾਅਦ ਉਹਨਾਂ ਦੀ ਨਿਮੋਨਿਕ ਇਨਫੋਰਮੇਸ਼ਨ ਲਿਖੀ ਹੋਈ ਹੈ। After the start statement 2 contains the literal, so it is entered into literal table। अपनी start statement तो बाद अगली statement ਵਿੱਚ literal आया ਤੁਹਾਡਾ ਤਾਂ ਤੁਸੀਂ literal table ਵਿੱਚ ਇਹਨੂੰ ਭੇਜ ਦੋਗੇ, but address will be allocated on encountering L2RG। ਪਰ address ਕਦੋਂ ਮਿਲੂਗਾ? ਜਦੋਂ L2RG statement ਆਊਗੀ। However, the length of opcode mover is obtained from operation table and LC is incremented by size LC equal to LC plus 1। ਜਿਵੇਂ ਪਹਿਲੀ instruction ਤੁਹਾਡੀ 500 ਤੇ plus 500 plus 1 501 ਤੁਹਾਡਾ ਆ ਜਾਊਗਾ LC ਦੀ value। In statement 3 we encounter a memory operand। ਤੁਹਾਡੇ ਕੋਲ memory operand ਆ ਗਿਆ n which has got forward reference, so this symbol will be inserted in the symbol table when its address will be encountered with the declarative statement। However, the length of mover is obtained from operation table and LC is incremented by 1। statement 4 ਚ ਆ ਗਿਆ ਤੁਹਾਡਾ label। loop is found, it is ਫਿਰ ਇਹ loop label symbol ਹੈ ਤੇ ਇਹਨੇ symbol table ਚਲਾ ਜਾਣਾ with the current value of LC 502 ਆ ਜੂਗੀ ਤੁਹਾਡੇ ਕੋਲ। Thus we process each statement in the following manner। ਇੱਦਾਂ ਆਪਾਂ ਹਰ ਸਟੇਟਮੈਂਟ ਨੂੰ ਹੈਗਾ ਜਿਹੜੇ ਟੇਬਲ ਵਿੱਚ ਉਹਨਾਂ ਨੇ ਜਾਣਾ ਉਹਦੇ ਵਿੱਚ ਪੁੱਟ ਕਰੀ ਜਾਵਾਂਗੇ। if it is label then insert its name and value of LC and length in the symbol table। ਜੇ ਤੁਹਾਡਾ ਮੈਮਰੀ ਆਪਰੈਂਡ ਹੈ ignore it till you encounter declarative statement। ਤੁਸੀਂ ਉਨੀ ਦੇਰ ਤੱਕ ਮੈਮਰੀ ਆਪਰੈਂਡ ਨੂੰ ਇਗਨੋਰ ਕਰ ਦੋਗੇ ਜਿੰਨੀ ਦੇਰ ਤੱਕ ਤੁਹਾਨੂੰ ਉਹਦੀ ਜਿਹੜੀ ਹੈਗੀ ਹੈ ਡੈਕਲੇਰੇਟਿਵ ਸਟੇਟਮੈਂਟ DS ਨਹੀਂ ਮਿਲ ਜਾਂਦੀ। The uses of origin EQU L2RG does not require LC processing। ਇਹਨਾਂ ਨੂੰ ਤੁਹਾਨੂੰ LC processing ਦੀ ਕੋਈ ਲੋੜ ਨਹੀਂ ਹੁੰਦੀ ਕਿ therefore the value of LC are not shown for the same। ਇਸ ਕਰਕੇ ਆਪਾਂ ਇਹਨਾਂ ਲਈ ਕੋਈ LC ਦੀ value ਨਹੀਂ ਰੱਖਦੇ। As discussed earlier, when L2RG statement is encountered or when end statement is encountered ਤਾਂ ਉਦੋਂ ਕੀ ਆਉਣੇ ਆ ਸਾਰੇ ਲਿਟਰਲ ਜਿਹੜੇ ਹੈਗੇ current literal pool ਦੇ ਵਿੱਚ ਆ ਜਾਣੇ ਆ। In this program we have 3 statements using literal। when L2RG statement when L2RG statement is encountered, literal use before it are allocated addresses। literal use in statement 2 and 6 ਨੂੰ ਆਪਾਂ ਕੀ address ਦਿੱਤੇ 513 ਤੇ 514। literal use in statement 17 is allocated memory after processing end। 17 statement ਜਿਹੜੇ literal use ਹੋਇਆ ਉਹਨੂੰ ਆਪਾਂ end ਤੋਂ ਬਾਅਦ ਜਿਹੜਾ ਹੈਗਾ address ਦਿੱਤਾ। ਕਿਹੜਾ address ਦਿੱਤਾ 520। The entries of symbol table, literal table and pool table for a program used in figure are shown in figure। ਹੁਣ ਆ ਤੁਹਾਡੇ ਕੋਲ symbol ਹੈ, ਕਿਹੜੇ symbol use ਹੋਏ, ਉਹਨਾਂ ਦੀ ਕੀ value, ਉਹਨਾਂ ਦੇ addresses ਕੀ ਹੈ ਔਰ ਉਹਨਾਂ ਦੀ length ਹੈ। ਉਸ ਤੋਂ ਬਾਅਦ literal table ਦੇ ਵਿੱਚ ਤੁਹਾਨੂੰ ਪਤਾ ਹੀ literals ਹੁੰਦੇ ਆ। ਪਹਿਲਾ ਤੇ ਦੂਸਰਾ literal ਜਿਹੜਾ ਹੈਗਾ 6 ਤੇ 1 ਹੈ। ਉਸ ਤੋਂ ਬਾਅਦ third literal ਅਲੱਗ ਤੋਂ ਹੈਗਾ ਉਹ 2 ਹੈ, ਉਹਦਾ address 522 ਹੈ ਤੇ ਜਿਹੜਾ 6 ਤੇ 1 literal ਉਹਦਾ 513 ਤੇ 14 ਹੈ। ਇਵੇਂ literal ਜਿਹੜਾ pool table literals ਤੋਂ ਬਣ ਗਿਆ ਪਹਿਲਾ literal, ਉਸ ਤੋਂ ਬਾਅਦ ਅਗਲਾ ਹੈ third ਤੋਂ literal start ਹੋ ਰਿਹਾ। ਅੱਗੇ ਆ ਗਿਆ ਜੀ intermediate code। intermediate code is processed form of source program generated by pass 1 of assembler। this intermediate code is used by pass 2 of assembler to generate machine code। intermediate code consists of set of IC units। ਕਿਹੜੇ IC fields ਹੁੰਦੇ IC unit ਦੇ ਵਿੱਚ address, mnemonic opcode and operand representation। the mnemonic opcode field consists of pair of form statement class ਤੇ code as shown in figure। ਉਸ ਤੋਂ ਬਾਅਦ ਆ ਗਿਆ ਜੀ statement class ਜਿਹੜੀ ਹੈਗੀ ਤੁਹਾਡੀ ਉਹਦੇ ਵਿੱਚ ਕਿਹੜੇ fields ਹੁੰਦੇ imperative statement, declarative statement ਤੇ assembler directive। imperative statement ਦੇ ਵਿੱਚ ਕੀ ਹੈ code is in the instruction opcode in the machine language। declarative statement code is in number assigned to statement within its statement class। for example ਤੁਹਾਡੇ ਦੇ ਕੋਲ AD01 ਹੈ, it stand for assembler directive। statement 01 ਉਹਦਾ code ਹੈ start ਦਾ।
Figure shows the code for various declarative and assembler directive statement. ਆ ਤੁਹਾਡੀਆਂ ਜਿਹੜੀਆਂ ਹੈਗੀਆਂ declarative statement DC ਦਾ ਕੋਡ 01 ਹੁੰਦਾ ਹੈ, DS ਦਾ 02 ਹੁੰਦਾ ਹੈ ਤੇ assembler directives ਦੇ ਵੀ ਦੇਖ ਲਓ start ਦਾ 01 end ਦਾ 2 origin ਦਾ 3 EQU ਦਾ 4 ਤੇ L2RG ਦਾ। Next are the variants. There are two forms for ICs, variant 1 and variant 2. First is variant 1. In variant 1, the first operand is represented by single digit number which can represent a register or condition code. 1 to 4 is for register and 1 to 6 for condition code. ਜਿਵੇਂ ਤੁਹਾਡੇ 4 ਰਜਿਸਟਰ ਹੈ, A ਦਾ ਕੋਡ ਹੈਗਾ 1, B ਦਾ ਕੋਡ 2, C ਦਾ 3 ਐਂਡ D ਦਾ 4। ਉਸ ਤੋਂ ਬਾਅਦ ਕੰਡੀਸ਼ਨ ਕੋਡਸ ਆ ਗਏ। LT ਲਈ ਆਪਾਂ ਕੰਡੀਸ਼ਨ ਕੋਡ 1 ਯੂਜ਼ ਕਰਾਂਗੇ, LE ਲਈ 2, ਇਕੁਅਲ ਲਈ 3, ਗ੍ਰੇਟਰ ਦੈਨ ਲਈ 4, ਗ੍ਰੇਟਰ ਦੈਨ ਇਕੁਅਲ ਲਈ 5 ਔਰ ਉਸ ਤੋਂ ਬਾਅਦ ਐਨੀ ਹੈ ਉਹਦੇ ਲਈ ਆਪਾਂ 6 ਯੂਜ਼ ਕਰਾਂਗੇ। The second operand, that is memory operand, is represented by pair, operand class and code. ਹੁਣ operand class ਕਿਹੜੀ ਹੈ? C for constant, S for symbol and L for literal. And the code field contain the internal representation of constant. For example, ਤੁਹਾਡਾ operand field ਹੈਗਾ ਇਸ statement ਲਈ start 200 ਤਾਂ ਆਪਾਂ ਲਿਖਾਂਗੇ start ਜਿਹੜਾ ਹੈ ਤੁਹਾਡਾ constant ਹੈ, ਉਹਦੀ ਵੈਲਿਊ ਕਿੰਨੀ ਹੈਗੀ ਆ 200. For a symbol or literal, code field contain the serial number of entry of operand in the symbol table or literal table. For example, ਤੁਹਾਡਾ n ਹੈ ਉਹ 7th symbol ਹੈ ਤੁਹਾਡੇ symbol table ਦਾ ਤੇ ਆਪਾਂ ਇਹਨੂੰ ਲਿਖਾਂਗੇ S,07. Figure shows an example of variant 1 of IC. ਤੁਹਾਡਾ ਪੂਰਾ ਜਿਹੜਾ ਹੈ IC ਕਿਵੇਂ ਆਪਾਂ ਰਿਪਰੈਜ਼ੈਂਟ ਕਰਨਾ ਹੈ? ਐਡਰੈਸ, ਫਿਰ ਸਟੇਟਮੈਂਟ ਕਲਾਸ, ਫਿਰ ਕੋਡ, ਫਿਰ 1 ਡਿਜਿਟ ਨੰਬਰ, operand 1 ਹੋ ਗਿਆ, ਫਿਰ operand ਕਲਾਸ ਤੇ ਕੋਡ। ਆ ਤੁਹਾਡਾ ਇੱਕ ਅਸੈਂਬਲੀ ਪ੍ਰੋਗਰਾਮ ਹੈ, ਉਹਦੇ ਵਿੱਚ ਕਿਵੇਂ ਵੇਰੀਐਂਟ 1 ਦੀ ਵੈਲਿਊ ਕੀ ਆਉਣੀ ਹੈ ਉਹ ਮੈਂ ਦੱਸੀ ਹੋਈ ਹੈ। ਸਟਾਰਟ 200, ਹੁਣ ਇਹ ਸਟਾਰਟ ਤੁਹਾਡਾ ਅਸੈਂਬਲਰ ਡਾਇਰੈਕਟਿਵ ਹੈ, ਇਹਦੀ ਆਪਕੋਡ ਦੀ ਵੈਲਿਊ 01 ਹੁੰਦੀ ਹੈ। ਉਸ ਤੋਂ ਬਾਅਦ ਇਹ ਕਾਂਸਟੈਂਟ ਹੈ 200, ਇਹਦਾ ਐਡਰੈਸ ਹੈ। ਰੀਡ ਤੁਹਾਡਾ ਕੀ ਹੈਗਾ? ਇਹ ਵੀ ਤੁਹਾਡੀ ਸਟੇਟਮੈਂਟ ਹੈ, ਇੰਪੀਰੇਟਿਵ ਸਟੇਟਮੈਂਟ ਹੈ। 9 ਇਹਦਾ ਆਪਕੋਡ ਹੁੰਦਾ ਹੈ, S ਇਹਦੇ ਲਈ ਇਹ ਇੱਕ ਸਿੰਬਲ ਹੈ ਤੇ 01 ਜਿਹੜੀ ਹੈਗੀ ਇਹਦੀ ਵੈਲਿਊ ਹੈ। ਇਵੇਂ ਤੁਸੀਂ ਜਿਹੜੀਆਂ ਵੀ ਸਾਰੀਆਂ ਅਸੈਂਬਲੀ ਪ੍ਰੋਗਰਾਮ ਤੁਹਾਡਾ ਉਹਦੀਆਂ ਜਿੰਨੀਆਂ ਵੀ ਸਟੇਟਮੈਂਟ ਆ ਉਹਨਾਂ ਦਾ ਤੁਸੀਂ ਇੰਟਰਮੀਡੀਏਟ ਕੋਡ ਮੀਨਸ ਵੇਰੀਐਂਟ 1 ਤੁਸੀਂ ਲਿਖ ਲਓਗੇ। ਉਸ ਤੋਂ ਬਾਅਦ ਆ ਗਿਆ ਜੀ ਵੇਰੀਐਂਟ 2। ਇਨ ਵੇਰੀਐਂਟ 2 ਦਾ operand field of source statement are selectively replaced by their processed form. Here no symbolic reference are processed during pass 1. The only things are that are processed are ਕੀ ਆਪਾਂ processing ਵਿੱਚ ਕਰਨੀ ਹੈ? operand field of declarative and assembler directive are processed. operand field of imperative statement are processed only to identify literals. ਹੁਣ ਤੁਹਾਡਾ ਇਹ ਵੇਰੀਐਂਟ 2 ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਵੇਰੀਐਂਟ 2 ਦੇ ਵਿੱਚ ਕਿਵੇਂ ਆ ਗਿਆ ਤੁਹਾਡਾ ਇੰਟਰਮੀਡੀਏਟ ਕੋਡ? ਸਟਾਰਟ 200 ਹੈ, ਇਹਦੇ ਵਿੱਚ ਅਸੈਂਬਲਰ ਡਾਇਰੈਕਟਿਵ ਹੈ, ਉਹਦੀ ਵੈਲਿਊ 1 ਹੁੰਦੀ ਹੈ, ਫਿਰ ਕਾਂਸਟੈਂਟ ਹੈ 200 ਐਡਰੈਸ ਹੈ ਤੁਹਾਡਾ। ਔਰ ਰੀਡ A ਹੈ, ਇਹਦੀ ਵੀ ਤੁਹਾਡੀ ਇੰਪੀਰੇਟਿਵ ਸਟੇਟਮੈਂਟ ਹੈ, 09 ਇਹਦਾ ਆਪਕੋਡ ਹੈ, A ਤੁਸੀਂ ਇਹਦੀ A ਵੇਰੀਏਬਲ ਦਾ ਨਾਮ ਹੈ ਤੁਹਾਡਾ। ਇਵੇਂ ਤੁਸੀਂ ਸਾਰੀਆਂ ਜਿਹੜੀਆਂ ਸਟੇਟਮੈਂਟ ਹੈ ਉਹਨਾਂ ਦਾ ਜਿਹੜਾ ਹੈਗਾ ਇੰਟਰਮੀਡੀਏਟ ਕੋਡ ਫॉर ਵੇਰੀਐਂਟ 2 ਲਿਖ ਲੈਣਾ। ਹਾਂਜੀ, ਨੈਕਸਟ ਆ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦੇ ਵਿੱਚ ਹਰੇਕ ਚੀਜ਼ ਮੈਂ ਮੈਂਸ਼ਨ ਕੀਤੀ ਹੋਈ ਹੈ, ਸਟੇਟਮੈਂਟ ਨੰਬਰ, ਲੇਬਲਸ ਕਿਹੜੇ ਨੇ, ਨਿਮੋਨਿਕ ਆਪਕੋਡਸ ਕਿਹੜੇ ਨੇ, ਆਪਰੈਂਟਸ ਕੀ ਹੈ, LC ਦੀ ਵੈਲਿਊ ਕੀ ਹੈ, ਤੁਹਾਡਾ ਜਿਹੜੇ ਹੈਗੇ ਆਪਕੋਡ ਰਜਿਸਟਰ ਆਪਰੈਂਟ ਕੀ ਹੈ, ਮੈਮਰੀ ਆਪਰੈਂਟ ਕੀ ਹੈ, ਵੇਰੀਐਂਟ 1 ਕੀ ਹੈ ਔਰ ਵੇਰੀਐਂਟ 2। ਹੁਣ ਇਹਦੇ 'ਚ ਤੁਹਾਨੂੰ ਬਿਲਕੁਲ ਸਾਹਮਣੇ ਕਲੀਅਰ ਕੱਟ ਲਿਖੇ ਹੋਏ ਆ ਵੇਰੀਐਂਟ 1 ਐਂਡ ਵੇਰੀਐਂਟ 2। ਤੁਹਾਨੂੰ ਕੰਪੈਰੀਜ਼ਨ ਹੋ ਜਾਊਗਾ ਕਿ ਵੇਰੀਐਂਟ 1 'ਚ ਆਪਾਂ ਜਿਹੜਾ ਇੰਟਰਮੀਡੀਏਟ ਕੋਡ ਕਿਵੇਂ ਲਿਖਦੇ ਹਾਂ ਤੇ ਵੇਰੀਐਂਟ 2 ਦੇ ਵਿੱਚ ਆਪਾਂ ਇੰਟਰਮੀਡੀਏਟ ਕੋਡ ਕਿਵੇਂ ਲਿਖਦੇ ਹਾਂ। ਇਸ ਪ੍ਰੋਗਰਾਮ 'ਚ ਤੁਸੀਂ ਹਰ ਸਟੇਟਮੈਂਟ ਦੇ ਵਿੱਚ ਕੰਪੈਰੀਜ਼ਨ ਕਰਕੇ ਦੇਖ ਸਕਦੇ ਹੋ। ਉਹਨੂੰ ਸਾਰਾ ਡਿਟੇਲ ਦੇ ਵਿੱਚ ਚੰਗੀ ਤਰ੍ਹਾਂ ਚੈੱਕ ਕਰ ਲਓ। ਜੋ ਆਪਾਂ ਸਾਰੀਆਂ ਸਲਾਈਡਸ ਵਿੱਚ ਪਿੱਛੇ ਦੇਖਿਆ ਉਹਦੇ ਅਕੋਰਡਿੰਗਲੀ ਆਪਾਂ ਇਹਦੇ 'ਚ ਜਿਹੜੀਆਂ ਹੈਗੀਆਂ ਇੰਟਰਮੀਡੀਏਟ ਕੋਡ ਜਨਰੇਟ ਕੀਤਾ ਹੋਇਆ। Next is pass 2 of the assembler. Pass 2 is responsible for generating the code. It uses a table created in pass 1 and writes the generated code into object file. In order to generate the machine code, pass 2 processes each statement by finding the values for its operation code and operand field. Pass 2 also produces assembly listing for loader. This assembly listing contains original source and hexadecimal equivalent of bytes generated. The location counter is initialized as in pass 1. Then IC is generated by pass 1 is used and various IC units are read one by one. Pass 2 checks the opcode field of IC units and lists the corresponding machine code in the object field. For example, an IC unit ਤੁਹਾਡੇ ਕੋਲ ਮੰਨ ਲਓ ਹੈਗਾ imperative statement, 9 ਉਹਦਾ opcode ਹੈ। The machine code will be 9. In this way, pass 2 reduces the effort required in searching operation table for machine code. If L2RG statement is encountered, then constant is written to object file. Location counter is incremented accordingly after referring the literal table.
If start or origin statement is encountered, then the location counter is initialized to value specified in the operand field. For example, अपने को थोड़ा IC unit हैगा AD, 01 C constant है, 1000 थोड़ा address start हो रहा है, तो आपको indicate the start statement for the operand value 1000 is picked and LC is initialized with this value. For declarative statement like DC, DS the constant is put in the object file and LC values updated to its size. For imperative statement, operation table is referred to know the size of instruction and LC is updated accordingly. If the operand of imperative statement is symbol, then symbol table ਨੂੰ ਆਪਾਂ search ਕਰਾਂਗੇ address find ਕਰਨ ਲਈ. If the operand is literal, then literal table is searched. For example, consider the following statement, imperative statement and its IC. ਤੁਹਾਡੇ ਕੋਲ ਇੱਕ imperative statement ਹੈ, ਉਹਦਾ ਜਿਹੜਾ IC intermediate code generate ਕੀਤਾ ਆਪਾਂ movem AREGM. ਤੁਹਾਡੀ ਇਹ imperative statement ਹੈ, 5 ਉਹਦਾ op code ਹੈ movem ਦਾ, ਤੇ ਉਸ ਤੋਂ ਬਾਅਦ ਇਹ symbol ਹੈ, ਔਰ 5 ਤੁਹਾਡਾ ਹੈਗਾ ਜਿਹੜਾ ਇਹਦਾ symbol table ਦੇ ਵਿੱਚ ਇਹਦੀ ਲੋਕੇਸ਼ਨ ਹੋਊਗੀ. When pass to sees S,05 in the operand field, it will search symbol table for entry number 5 and will pick its corresponding address. Thanks.